ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਆਜ਼ਾਦ ਟੀਵੀ ਪ੍ਰੋਗਰਾਮ ਰਮਜ਼ ਪੰਜਾਬ, ਸਮਝ ਪੰਜਾਬ। ਮੈਂ ਜਸ਼ਨਪ੍ਰੀਤ ਤੁਹਾਡਾ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਲੜੀ ਦੇ ਤਹਿਤ ਅਸੀਂ ਪੰਜਾਬੀ ਲੋਕਾਈ ਨਾਲ ਸੰਬੰਧਿਤ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਿਆ ਕਰਾਂਗੇ ਤੇ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੋਏਗਾ ਸਫ਼ਰ ਤੇ ਪੰਜਾਬੀ। ਤੇ ਸਾਡੀ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਸਰਦਾਰ ਪ੍ਰੀਤਮ ਸਿੰਘ ਰੁਪਾਲ ਜੀ। ਉਹਨਾਂ ਨਾਲ ਜਾਣ ਪਛਾਣ ਕਰਾਉਂਦਿਆਂ ਮੈਂ ਦੱਸਦਿਆਂ ਕਿ ਉਹ AIR ਆਕਾਸ਼ਵਾਣੀ ਚੰਡੀਗੜ੍ਹ ਦੇ ਵਿੱਚ ਬਤੌਰ ਸੀਨੀਅਰ ਸਮਾਚਾਰ ਸੰਪਾਦਕ ਆਪਣੀਆਂ ਸੇਵਾਵਾਂ ਦੇ ਰਹੇ ਨੇ। ਨਾਲ ਹੀ ਉਹ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਵਜੋਂ ਵੀ ਸਾਨੂੰ ਸੇਵਾਵਾਂ ਦੇ ਰਹੇ ਨੇ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਰਵਾਏ ਜਾਂਦੇ ਯੁਵਕ ਮੇਲਿਆਂ ਦੇ ਵਿੱਚ ਵਿਰਾਸਤੀ ਵੰਨਗੀਆਂ ਉਹਨਾਂ ਦੀ ਨਿਗਰਾਨੀ ਹੇਠ ਹੁੰਦੀਆਂ ਨੇ। ਰੰਗ ਕਰਮੀ ਵੀ ਰਹੇ ਨੇ। ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਨਾਟ ਮੰਡਲੀ ਦੇ ਵਿੱਚ ਉਹ ਕੰਮ ਕਰਦੇ ਰਹੇ ਨੇ। ਤਕਰੀਬਨ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਉਹ ਪਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ 3 ਸਫ਼ਰਨਾਮੇ, 2 ਖੋਜ ਪੁਸਤਕਾਂ, 2 ਅਨੁਵਾਦਿਤ ਪੁਸਤਕਾਂ ਤੇ 1 ਸੰਪਾਦਿਤ ਪੁਸਤਕ ਸ਼ਾਮਲ ਹੈ। ਹਾਲ ਹੀ ਵਿੱਚ ਮੈਂ ਉਹਨਾਂ ਦਾ ਲਿਖਿਆ ਸਫ਼ਰਨਾਮਾ ਦਰਿਆ ਅਤੇ ਦਰਿਆਵਾਂ ਦੇ ਸੰਗ ਪੜ੍ਹਿਆ, ਜੋ ਬਾਅਦ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਪ੍ਰਵੇਸ਼ ਸ਼ਰਮਾ ਜੀ ਨੇ ਅਨੁਵਾਦ ਵੀ ਕੀਤਾ ਹੈ ਤੇ ਉਸ ਪੁਸਤਕ ਦੀ ਪੜ੍ਹਤ ਦੇ ਵਿੱਚੋਂ ਅੱਜ ਦੀ ਇਹ ਮਿਲਣੀ ਦਾ ਸਬੱਬ ਬਣਿਆ। ਦਰਅਸਲ ਇਹ ਸਫ਼ਰਨਾਮਾ ਲੇਖਕ ਵੱਲੋਂ 2005 ਦੇ ਵਿੱਚ ਜੰਮੂ ਕਸ਼ਮੀਰ, ਲਦਾਖ ਤੇ ਕਾਰਗਿਲ ਦੇ ਇਲਾਕਿਆਂ ਦਾ ਕੀਤਾ ਪਹਾੜੀ ਸਫ਼ਰ ਹੈ। ਚੰਡੀਗੜ੍ਹ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਇਹ ਜੱਥਾ ਪਹਾੜੀ ਵਾਦੀਆਂ ਦੀ ਸੈਰ ਦੇ ਲਈ ਨਿਕਲਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪੁਸਤਕ ਸਾਡੇ ਕੋਲ 2021 ਦੇ ਵਿੱਚ ਆਉਂਦੀ ਹੈ। ਸਪਤਰਿਸ਼ੀ ਪ੍ਰਕਾਸ਼ਨ ਦੇ ਵੱਲੋਂ ਇਹ ਛਾਪੀ ਜਾਂਦੀ ਹੈ। ਪੁਸਤਕ ਦੇ ਸਬੱਬ ਦੇ ਨਾਲ ਅਸੀਂ ਸਫ਼ਰ ਨੂੰ ਲੈ ਕੇ ਅੱਜ ਕੁਝ ਗੱਲਾਂ ਕਰਾਂਗੇ। ਆਓ ਅਸੀਂ ਆਪਣੇ ਮਹਿਮਾਨ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜਸ਼ਨ ਜੀ, ਸ਼ੁਕਰੀਆ ਬਹੁਤ ਬਹੁਤ। ਇਸ ਕਿਤਾਬ ਨੂੰ ਪੜ੍ਹਦਿਆਂ ਪਹਿਲੀ ਹੀ ਗੱਲ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਪੰਜਾਬੀ ਬੰਦੇ ਦੀ ਸੁਰਤੀ ਬਿਰਤੀ ਦੇ ਵਿੱਚ ਸਫ਼ਰ ਦਾ ਕਿਸ ਤਰ੍ਹਾਂ ਦਾ ਤਸੱਵਰ ਹੈ। ਅਸਲ ਦੇ ਵਿੱਚ ਹਰ ਇੱਕ ਮਨੁੱਖ ਇਕੱਲੇ ਪੰਜਾਬੀ ਨਹੀਂ, ਸਫ਼ਰ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਜੇ ਮੈਂ ਪੰਜਾਬੀਆਂ ਦੀ ਗੱਲ ਕਰਾਂ ਤਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਜਿਹੜੀਆਂ ਉਦਾਸੀਆਂ ਦੇ ਰਾਹੀਂ ਸਾਨੂੰ ਇਹ ਦੱਸ ਦਿੱਤਾ ਕਿ ਸਫ਼ਰ ਦਾ ਜਿਹੜਾ ਹੈ ਕੀ ਮਹੱਤਵ ਹੈ, ਕੀ ਅਹਿਮੀਅਤ ਹੈ ਜਾਂ ਹੋਰ ਹੈ। ਤੇ ਨਾਲ ਹੀ ਉਹਨਾਂ ਦਾ ਉਹਨਾਂ ਦੀਆਂ ਜਨਮ ਸਾਖੀਆਂ ਦੇ ਵਿੱਚੋਂ ਆਪਾਂ ਕਈ ਵਾਰ ਇਹ ਜ਼ਿਕਰ ਆਉਂਦਾ ਕਿ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਜੇ ਤੁਸੀਂ ਤਰੱਕੀ ਕਰਨੀ ਹੈ ਜਾਂ ਹੋਰ ਦੁਨੀਆ ਦੀ ਭਲਾਈ ਕਰਨੀ ਹੈ ਤਾਂ ਉਜੜਦੇ ਰਹੋ। ਏਦਾਂ ਦਾ ਇੱਕ ਜਿਹੜਾ ਸ਼ਬਦ ਆਉਂਦਾ। ਸੋ ਸਫ਼ਰ, ਉਜਾੜਾ, ਪ੍ਰਵਾਸ, ਇਹ ਹਰੇਕ ਮਨੁੱਖ ਨੂੰ ਜਿਹੜਾ ਹੈ, ਜਾਂ ਇਹ ਕਹਿ ਲਓ ਕਿ ਮਨੁੱਖ ਦੀ ਹੋਣੀ ਹੈ, ਜਾਂ ਇਹ ਕਹਿ ਲਓ ਕਿ ਮਨੁੱਖ ਨੂੰ ਕਿਸਮਤ ਦੇ ਵਿੱਚ ਮਿਲਿਆ, ਜਾਂ ਇਹ ਕਹਿ ਲਓ ਕਿ ਮਨੁੱਖ ਨੂੰ ਵਿਰਾਸਤ ਦੇ ਵਿੱਚ ਮਿਲਿਆ। ਇਹਨੂੰ ਕਿਸੇ ਵੀ ਤਰੀਕੇ ਨਾਲ ਤੁਸੀਂ ਜਿਹੜਾ ਹੈ ਇਹਨੂੰ ਪਰਿਭਾਸ਼ਿਤ ਕਰ ਸਕਦੇ ਹੋ। ਪਰ ਸਫ਼ਰ ਦੇ 2-3 ਜਿਹੜੇ ਹੈ ਉਹ ਆਪਾਂ ਇਹਨੂੰ ਤਰੀਕਿਆਂ ਨਾਲ ਵੰਡ ਸਕਦੇ ਹਾਂ। ਇੱਕ ਸਫ਼ਰ ਇਹ ਹੈ ਕਿ ਤੁਸੀਂ ਇੱਕ ਮੰਜ਼ਿਲ ਤੋਂ ਜਾਂਦੇ ਹੋ, ਦੁਬਾਰਾ ਫੇਰ ਮੁੜ ਕੇ ਉਸ ਮੰਜ਼ਿਲ ਤੇ ਜਿਹੜਾ ਹੈ ਆ ਜਾਂਦੇ। ਜਿਵੇਂ ਪੰਛੀ ਆਪਣੇ ਆਲਣੇ ਚੋਂ ਜਾਂਦਾ ਦਾਣੇ ਦੀ ਖੋਜ ਵਾਸਤੇ ਤੇ ਫੇਰ ਮੁੜ ਕੇ ਆਪਣੇ ਸ਼ਾਮ ਨੂੰ ਆਲਣੇ 'ਚ ਪਰਤ ਆਉਂਦਾ। ਤੇ ਕਈ ਸਫ਼ਰ ਏਦਾਂ ਦੇ ਆ ਜਿਹੜਾ ਸਫ਼ਰ ਬਹੁਤ ਜ਼ਿਆਦਾ ਲੰਬਾ ਹੁੰਦਾ ਤੇ ਉਹ ਸਫ਼ਰ ਪ੍ਰਵਾਸ ਦੇ ਵਿੱਚ ਬਦਲ ਜਾਂਦਾ। ਜਿਵੇਂ ਬਹੁਤੇ ਸਾਰੇ ਪੰਜਾਬੀ ਹੁਣ ਜਿਹੜਾ ਡਾਇਸਪੋਰਾ ਭਾਰਤ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਹੈ, ਉਹ ਵੀ ਇੱਕ ਸਫ਼ਰ ਹੈ। ਤੇ ਇੱਕ ਸਫ਼ਰ ਇਹ ਹੈ ਜਿਹੜਾ ਸਾਨੂੰ ਸਾਡੀਆਂ ਪੁਰਾਣਿਕ ਕਥਾਵਾਂ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਰਿਸ਼ੀ ਮੁਨੀ ਪਹਾੜਾਂ ਜੰਗਲਾਂ ਦੇ ਵਿੱਚ ਜਾਂਦੇ ਆ ਤੇ ਉੱਥੇ ਗਾਉਂਦੇ ਆ ਤੇ ਉੱਥੇ ਜਾ ਕੇ ਉਹਨਾਂ ਦਾ ਅੰਤ ਜਾਂ ਸਮਾਪਤੀ ਹੋ ਜਾਂਦੀ ਹੈ। ਇੱਕ ਉਹ ਵੀ ਜਿਹੜਾ ਸਫ਼ਰ ਹੈ। ਮਨੁੱਖ ਤਾਂ ਹਮੇਸ਼ਾ ਸਫ਼ਰ ਦੇ ਵਿੱਚ ਰਹਿੰਦਾ। ਜੇ ਇਹਨੂੰ ਆਪਾਂ ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਮਨੁੱਖ ਹਮੇਸ਼ਾ ਭਾਵੇਂ ਪੈਦਲ ਤੁਰ ਕੇ, ਕਿਸੇ ਮੋਟਰ ਗੱਡੀ ਦੇ ਵਿੱਚ, ਕਿਸੇ ਊਠ ਬੱਗੀ ਤੇ ਚੜ੍ਹ ਕੇ, ਕਿਸੇ ਘੋੜੇ ਤੇ ਚੜ੍ਹ ਕੇ ਸਫ਼ਰ ਨਾ ਕਰ ਰਿਹਾ ਹੋਵੇ, ਉਹਦਾ ਦਿਮਾਗ ਜ਼ਰੂਰ ਸਫ਼ਰ ਕਰ ਰਿਹਾ ਹੁੰਦਾ। ਮਨੁੱਖ ਹਮੇਸ਼ਾ ਮੈਂ ਸਮਝਦਾ ਕਿ ਸਫ਼ਰ ਦੇ ਵਿੱਚ ਰਹਿੰਦਾ। ਥੋੜਾ ਦਿਮਾਗ ਉਡਾਰੀ ਵੀ ਮਾਰਦਾ ਹੈ, ਪੈਦਲ ਵੀ ਚੱਲਦਾ, ਪਹਾੜਾਂ ਤੇ ਵੀ ਚੜ੍ਹਦਾ, ਸਮੁੰਦਰ 'ਚ ਵੀ ਜਾਂਦਾ। ਸੋ ਉਹ ਇਸ ਤਰੀਕੇ ਨਾਲ ਜਿਹੜਾ ਜਿਹਨੂੰ ਸਫ਼ਰ ਨੂੰ ਨਾ ਤੁਸੀਂ ਮਨੁੱਖ ਨਾਲੋਂ ਵੱਖਰਾ ਕਰਕੇ ਦੇਖ ਹੀ ਨਹੀਂ ਸਕਦੇ। ਤੇ ਦੂਜੀ ਗੱਲ, ਜਦੋਂ ਅਸੀਂ ਸਾਡਾ ਇਤਿਹਾਸ ਪੜ੍ਹਦੇ ਹਾਂ, ਕਿਉਂਕਿ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ,
ਜਿੰਨੀਆਂ ਵੀ ਖੋਜਾਂ ਹੁਣ ਤੱਕ ਹੋਈਆਂ ਨੇ, ਜਿੰਨੇ ਵੀ ਖੋਜਾਂ ਤੋਂ ਮੇਰਾ ਮਤਲਬ ਜਿਹੜੇ ਕੋਈ ਦੇਸ਼, ਕੋਈ ਖਣਿਜ, ਕੋਈ ਚੀਜ਼ਾਂ, ਕੋਈ ਪਹਾੜ, ਕੋਈ ਨਦੀਆਂ, ਕੋਈ ਨਾਲੇ, ਕਿਤੇ ਉਪਜਾਊ ਧਰਤੀ ਜਿਹੜੀ ਹੈ, ਉਹ ਜਿਹੜੀ ਮਨੁੱਖ ਦੇ ਜਿਹੜੀ ਸਫ਼ਰ ਦੀ ਪ੍ਰਵਿਰਤੀ ਦੇ ਵਿੱਚੋਂ ਹੀ ਹੋਈ ਹੈ। ਜੇ ਹਿਊਨ ਸਾਂਗ ਇੱਥੇ ਆਇਆ ਤਾਂ ਉਹਨੂੰ ਪਤਾ ਲੱਗਿਆ, ਕੋਲੰਬਸ ਭਾਰਤ ਲੱਭਦਾ ਲੱਭਦਾ ਅਮਰੀਕਾ ਚਲਾ ਗਿਆ, ਤੇ ਵਾਸਕੋ ਡੇ ਗਾਮਾ ਇੱਥੇ ਆਇਆ ਤਾਂ ਉਹਨੂੰ ਪਤਾ ਲੱਗਿਆ, ਤੇ ਇਬਨ ਬਤੂਤਾ ਨੂੰ ਪਤਾ ਲੱਗਿਆ। ਮਤਲਬ ਕਿ ਜਿਹੜੇ ਜਿਨ੍ਹਾਂ ਨੂੰ ਆਪਾਂ ਜਿਹੜੇ ਦੁਨੀਆ ਦੇ ਮੰਨੇ ਪ੍ਰਮੰਨੇ ਟਰੈਵਲਰ ਨੇ, ਜਿਨ੍ਹਾਂ ਨੇ ਆਪਣੇ ਅਕਾਊਂਟਸ ਬਾਅਦ ਦੇ ਵਿੱਚ ਲਿਖੇ, ਤੇ ਜਿੱਥੋਂ ਪਤਾ ਲੱਗਿਆ ਕਿ ਇੱਕ ਹੋਰ ਦੁਨੀਆ ਇਹ ਵੀ ਹੈ, ਇੱਕ ਇਸ ਕਿਸਮ ਦੀ ਦੁਨੀਆ ਵੀ, ਉੱਥੇ ਇਸ ਕਿਸਮ ਦੇ ਲੋਕ ਵੀ ਰਹਿੰਦੇ ਆ। ਆਪਾਂ ਗੁਲੀਵਰ ਦੀਆਂ ਕਹਾਣੀਆਂ ਸਾਰੇ ਪੜ੍ਹਦੇ ਆ, ਬੱਚੇ ਸਾਡੇ ਪੜ੍ਹਦੇ ਆ। ਮੈਂ ਸਮਝਦਾ ਕਿ ਸਫ਼ਰ ਨੂੰ ਤੁਸੀਂ ਕਿਸੇ ਇੱਕ ਸ਼ਬਦ ਦੇ ਵਿੱਚ, ਇੱਕ ਵਾਕ ਦੇ ਵਿੱਚ ਏਦਾਂ ਬੰਨ੍ਹ ਕੇ ਉਹਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ। ਸੋ ਇਹਦੇ ਬਹੁਤ ਸਾਰੇ, ਬਹੁਤ ਪੱਖ ਨੇ, ਬਹੁਤ ਸਾਰੇ ਆਯਾਮ ਨੇ ਜਿਹੜੇ ਮਨੁੱਖ ਦੀ ਮਾਨਸਿਕਤਾ ਵੀ ਨਾਲ ਵੀ ਜੁੜੇ ਹੋਏ ਆ, ਉਹਦੇ ਸੁਭਾਅ ਨਾਲ ਵੀ ਜੁੜੇ ਹੋਏ ਆ, ਉਹਦੇ ਰਿਜ਼ਕ ਨਾਲ ਵੀ ਜੁੜੇ ਹੋਏ ਆ। ਜੀ, ਤੁਸੀਂ ਸਫ਼ਰ ਕਰਦੇ ਹੋ, ਪਰ ਹਰ ਇੱਕ ਦਾ ਸਫ਼ਰ ਹੈ ਜਿਹੜਾ ਉਹ ਸਫ਼ਰਨਾਮੇ ਦੇ ਵਿੱਚ ਨਹੀਂ ਢਲਦਾ। ਹੁਣੇ ਅਸੀਂ ਗੱਲ ਕਰਕੇ ਹਟੇ ਹਾਂ ਕਿ 2005 ਦਾ ਸਫ਼ਰ ਹੈ, 2021 ਦੇ ਵਿੱਚ ਜਾ ਕੇ ਉਹ ਛਪਦਾ ਹੈ, ਕੋਈ 15-16 ਸਾਲ ਦਾ ਜਿਹੜਾ ਵਕਫਾ ਆਉਂਦਾ। ਤਾਂ ਜਦੋਂ ਤੁਸੀਂ ਸਫ਼ਰ ਕਰ ਰਹੇ ਹੁੰਦੇ ਹੋ, ਉਹਦੇ ਵੇਰਵੇ, ਕਿਉਂਕਿ ਬਹੁਤ ਮਹੀਨ ਵੇਰਵੇ ਆਏ ਨੇ ਇਸ ਸਫ਼ਰਨਾਮੇ ਦੇ ਵਿੱਚ ਦਿਨ ਪੁਰ ਦਿਨ ਦੇ, ਤਾਂ ਉਹ ਜਿਹੜੇ ਤੁਸੀਂ ਵੇਰਵੇ ਉਹ ਨਾਲ ਦੀ ਨਾਲ ਆਪਦੀ ਰੋਜ਼ਾਨਾ ਡਾਇਰੀ ਦੇ ਵਿੱਚ ਨੋਟ ਕਰ ਰਹੇ ਹੁੰਦੇ ਹੋ, ਜਾਂ ਉਸ ਤੋਂ ਬਾਅਦ ਜਦੋਂ ਵਾਪਸ ਪਰਤਦੇ ਹੋ ਤਸਵੀਰਾਂ ਰਾਹੀਂ ਰਿਕਾਲ ਕਰਕੇ ਉਹਨਾਂ ਦਾ ਜਿਹੜਾ ਵੇਰਵਾ ਸੰਭਾਲ ਕੇ ਰੱਖਦੇ ਹੋ, ਤੇ ਜਦੋਂ ਇਹ ਦਸਤਾਵੇਜ਼ੀ ਰੂਪ ਲੈਂਦਾ ਤੇ ਉਦੋਂ ਕਿਸ ਤਰ੍ਹਾਂ ਦੀ ਤਿਆਰੀ ਰਹਿੰਦੀ ਹੈ? ਮਤਲਬ ਸਫ਼ਰਨਾਮਾ ਬਣਦਿਆਂ ਕਿਹੜੀ ਪ੍ਰਕਿਰਿਆ ਦੇ ਵਿੱਚੋਂ ਲੰਘਦਾ? ਦੇਖੋ ਜਸ਼ਨ ਜੀ, ਇਹਦੇ 'ਚ ਇਹ ਹੈ, ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਆਪਣੇ ਦਿਮਾਗ ਦੇ ਵਿੱਚ ਵੀ ਮੈਂ ਕਿਤੇ ਨਾ ਕਿਤੇ ਇਹਨੂੰ ਰਿਪੋਰਟ ਕਰਨਾ ਹੈ, ਕਿਤੇ ਨਾ ਕਿਤੇ ਡਾਇਰੀ ਹੋਵੇ ਜਾਂ ਲਿਖਣਾ ਹੈ। ਕਈ ਵੇਰਵੇ ਇਦਾਂ ਦੇ ਆ ਜਿਹੜੇ ਤੁਸੀਂ ਮੌਕੇ ਤੇ ਜੇ ਲਿਖ ਲਿਆ ਠੀਕ ਹੈ, ਜੇ ਉਹ ਖੁੰਝ ਗਿਆ ਫਿਰ ਤੁਹਾਨੂੰ ਕਿਤੋਂ ਮਿਲਣਾ ਨਹੀਂ, ਉਹ ਨਾ ਉਹ ਗੂਗਲ 'ਚੋਂ ਮਿਲਣਾ ਹੈ, ਨਾ ਕਿਧਰੋਂ ਹੋਰ ਮਿਲਣਾ। ਜਿਵੇਂ ਹੁਣ ਅੱਜ ਤੱਕ, ਹੁਣ ਤਾਂ ਨਵੇਂ ਬੱਚੇ ਦਾ ਬਹੁਤ ਸੌਖਾ ਹੋ ਗਿਆ ਉਹਨਾਂ ਲਈ, ਉਹਨਾਂ ਨੂੰ ਲੱਗਦਾ ਕਿ ਇੰਟਰਨੈਟ ਰਾਹੀਂ ਜਾਂ ਗੂਗਲ ਰਾਹੀਂ ਅਸੀਂ ਬਹੁਤ ਕੁਝ ਲੱਭ ਸਕਦੇ ਹਾਂ, ਪਰ ਕਈ ਚੀਜ਼ਾਂ ਨਹੀਂ ਲੱਭਦੀਆਂ। ਕਿਹੜਾ ਪੁਲ ਕਿੱਥੇ ਹੈ, ਉਸ ਪੁਲ ਦਾ ਨਾਂ ਕੀ ਹੈ, ਉਸ ਇਲਾਕੇ ਦਾ ਨਾਂ ਕੀ ਹੈ, ਉਸ ਨਦੀ ਦਾ ਨਾਂ ਕੀ ਹੈ, ਉਹਦੇ ਵਿੱਚ ਜਿਹੜੀ ਕੋਈ ਛੋਟੀ ਸਟਰੀਮ ਆਉਂਦੀ ਹੈ ਉਹਦਾ ਨਾਂ ਕੀ ਹੈ, ਉਹ ਤੁਸੀਂ ਉੱਥੇ ਹੀ ਨੋਟ ਕਰ ਸਕਦੇ ਹੋ। ਸੋ ਇਹ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਮੈਂ ਜਿੱਥੇ ਵੀ ਜਾਣਾ ਉੱਥੋਂ ਦੀਆਂ ਜਿਹੜੀਆਂ ਕੋਈ ਖਾਸ ਗੱਲਾਂ ਨੇ ਮੈਂ ਨਾਲ ਨਾਲ ਨੋਟ ਜਿਹੜਾ ਹੈ ਉਹ ਕਰਦਾ ਰਹਿਣਾ। ਦੂਜਾ, ਮੈਂ ਕਿਉਂਕਿ ਮੈਂ ਪ੍ਰੋਫੈਸ਼ਨਲ ਮਾਊਂਟੇਨੀਅਰ ਹਾਂਗਾ, ਪਰਬਤਾਰੋਹੀ ਹਾਂ, ਤੇ ਕਈ ਇਹ ਹੈ ਕਿ ਕਈ ਖਾਸ ਜਿਹੜੇ ਇਲਾਕੇ ਨੇ ਜਿਹੜੇ ਪਰਬਤਾਰੋਹਣ ਦੇ ਪੱਖ ਤੋਂ ਜਾਂ ਹੋਰ ਇੰਪੋਰਟੈਂਟ ਨੇ, ਸੋ ਉੱਥੇ ਦਾ ਮੈਨੂੰ ਇਹ ਖਾਸ ਹੁੰਦਾ ਕਿ ਉੱਥੋਂ ਦਾ ਇਲਾਕਾ ਕਿਹੋ ਜਿਹਾ, ਉੱਥੋਂ ਦਾ ਜਲਵਾਯੂ ਕਿੱਦਾਂ ਦਾ। ਇਹ ਕਿਉਂਕਿ ਜਿਹੜੀ ਤੁਸੀਂ ਚੀਜ਼ ਲਿਖਦੇ ਨੇ ਉਹ ਜਿਹਨੂੰ ਆਪਾਂ ਬਿਲਕੁਲ ਪੰਜਾਬੀ ਦੀ ਦੇਸੀ ਭਾਸ਼ਾ ਦੇ ਵਿੱਚ ਕਹੀਏ ਕਿ ਤੱਤੇ ਘਾਹ ਜਿਹੜੀ ਚੀਜ਼ ਲਿਖੀ ਜਾਵੇ, ਬਾਅਦ ਦੇ ਵਿੱਚ ਫਿਰ ਉਹਦੀ ਉਹ ਗੱਲ ਜਿਹੜੀ ਉਹ ਬਣਦੀ ਨਹੀਂ। ਕਹਾਣੀ, ਨਾਵਲ, ਕਵਿਤਾ ਇਹ ਬਾਅਦ ਦੇ ਵਿੱਚ ਲਿਖੀ ਜਾ ਸਕਦੀ ਹੈ। ਜਿਹੜੇ ਇਦਾਂ ਦੇ ਅਕਾਊਂਟਸ ਨੇ ਉਹ ਤਾਂ ਜਿਹੜੇ ਆ, ਕਿਉਂਕਿ ਤੁਹਾਨੂੰ ਮੌਕੇ ਤੇ ਸਾਰੇ ਵੇਰਵੇ ਵੀ ਯਾਦ ਹੁੰਦੇ ਆ, ਹੋਰ ਤੁਸੀਂ ਮੌਕੇ ਤੇ ਉਹਨੂੰ ਲਿਖ ਸਕਦੇ ਹੋ। ਹਾਂ ਠੀਕ ਹੈ ਕਿ ਉਹ ਬਾਅਦ ਦੇ ਵਿੱਚ ਉਹਨੂੰ ਪੋਲਿਸ਼ ਜ਼ਰੂਰ ਕਰ ਲੈਣਾ ਜਦੋਂ ਕਿਤਾਬੀ ਰੂਪ ਦੇ ਵਿੱਚ ਉਹ ਸਾਹਮਣੇ ਆਉਂਦਾ ਹੈ। ਹੁਣ ਜਿਵੇਂ ਮੈਂ ਹੋਰ ਬਹੁਤ ਸਾਰੇ ਇਲਾਕਿਆਂ 'ਚ ਗਿਆ, ਮਾਊਂਟੇਨਰਿੰਗ ਕੀਤੀ ਹੈ, ਸਾਰਿਆਂ ਦੇ ਮੈਂ ਨਹੀਂ ਲਿਖ ਸਕਿਆ, ਤੇ ਕਈਆਂ ਦੇ ਮੈਂ ਜ਼ਰੂਰ ਨਹੀਂ ਸਮਝਿਆ ਕਿ ਲਿਖੇ ਜਾਣ। ਤੇ ਕਈ ਵਾਰੀ ਇਹ ਹੁੰਦਾ ਕਿ ਆਪਾਂ ਹੋਰ ਸਮਝਦੇ ਹਾਂ ਕਿ ਚਲੋ ਇਹ ਇੱਕ ਸਮਝ ਬਣ ਜੇ, ਜਾਂ ਕਈ ਵਾਰੀ ਕਿਤੇ ਡਿਮਾਂਡ ਹੀ ਆ ਜਾਂਦੀ ਹੈ ਕਿ ਤੁਸੀਂ ਜ਼ਰੂਰ ਲਿਖੋ, ਫਿਰ ਬੰਦਾ ਇਹਨੂੰ ਕਿਤਾਬੀ ਰੂਪ ਦਿੰਦਾ। ਜੀ, ਸਾਹਿਤ ਦਾ, ਭਾਸ਼ਾ ਦਾ ਜਾਂ ਇਤਿਹਾਸ ਦਾ ਤੁਹਾਡਾ ਵਿਦਿਆਰਥੀ ਹੋਣਾ, ਜਾਂ ਪੇਸ਼ੇ ਵਜੋਂ ਪੱਤਰਕਾਰ ਹੋਣਾ, ਤੇ ਬਨਸਪਤੀ ਦੀ, ਜੀਵ ਜੰਤ ਦੀ, ਭੂਗੋਲ ਦੀ ਸਮਝ ਰੱਖਣਾ, ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਨਾਲ ਉਸ ਸਫ਼ਰ ਨੂੰ ਸਮਝਣ ਦੇ ਵਿੱਚ, ਉਸ ਮੁਸਾਫਰੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵੱਧ ਸਹਾਈ ਹੁੰਦੀਆਂ ਨੇ? ਨਹੀਂ, ਇਹ ਤਾਂ ਬਹੁਤ ਜ਼ਰੂਰੀ ਹੈ। ਜਿੱਦਾਂ ਜੇ ਮੈਂ ਜ਼ਿਕਰ ਕਰਾਂ, ਜਿੱਦਾਂ ਤੁਸੀਂ ਬਨਸਪਤੀ ਦੀ ਜ਼ਿਕਰ ਕੀਤਾ, ਹੁਣ ਜਦੋਂ ਸਾਨੂੰ ਪਤਾ ਹੈ, ਪਹਿਲੀ ਗੱਲ ਚਲੋ ਆਪਾਂ ਜੈਗਰਾਫੀ ਦੇਖਦੇ ਨੇ, ਹਿਮਾਲਾ ਸਾਡੇ ਲਈ ਕੋਈ ਨਵਾਂ ਨਹੀਂ, ਓਪਰਾ ਵੀ ਨਹੀਂ ਲਈ, ਕਿਉਂਕਿ ਅਸੀਂ ਤਾਂ ਹਿਮਾਲਾ ਦਾ ਹਿੱਸਾ ਇੱਕ ਤਰੀਕੇ ਨਾਲ। ਜੇ ਆਪਾਂ ਵੱਡੇ ਪੰਜਾਬ ਦੀ ਗੱਲ ਕਰੀਏ, ਜਿਹੜਾ ਹੁਣ ਵੰਡਿਆ ਗਿਆ, ਤਕਸੀਮ ਹੋ ਗਈ, ਕਿਸੇ ਵੇਲੇ ਉਹ ਪੰਜਾਬ ਹਿਮਾਲਾ ਦਾ ਹਿੱਸਾ ਸੀ, ਲਾਹੌਲ ਸਪੀਤੀ ਹਿਮਾਲਾ ਦਾ ਹਿੱਸਾ ਸੀ, ਪੰਜਾਬ ਦਾ ਹਿੱਸਾ ਸੀ, ਤੇ ਕੁੱਲੂ ਜਿਹੜਾ ਸੀ ਉਹ ਪੰਜਾਬ ਦਾ ਹਿੱਸਾ ਸੀ, ਤੇ ਇਧਰੋਂ ਸ਼ਿਮਲਾ ਪੰਜਾਬ ਦਾ ਹਿੱਸਾ ਸੀ, ਕੁਝ ਰਿਆਸਤਾਂ ਨੂੰ ਛੱਡ ਕੇ ਬਾਕੀ ਸਾਰਾ ਪੰਜਾਬ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਉੱਥੇ ਜਿਹੜੇ ਬਹੁਤ ਉੱਚੇ ਪੀਕ ਨੇ, ਜਿੱਥੇ ਹੁਣ ਮਾਊਂਟੇਨੀਅਰ ਜਾਂਦੇ ਆ ਜਾਂ ਹੋਰ, ਉਹਨਾਂ ਦੇ ਨਾਂ ਵੀ ਬਹੁਤਾਂ ਦੇ ਪੰਜਾਬੀ 'ਚ ਨੇ, ਜਿਵੇਂ ਹਨੂਮਾਨ ਟਿੱਬਾ ਤੇ ਉਹ ਟਿੱਬਾ, ਏਦਾਂ ਦਾ ਜਿਹੜਾ। ਇਹ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਹੜਾ ਉੱਥੋਂ ਦਾ ਫਲੋਰਾ ਐਂਡ ਫੌਨਾ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀ ਬਨਸਪਤੀ ਹੈ ਤੇ ਜੀਵ ਜੰਤੂ ਹੈ ਜਾਂ ਜਲਚਰ ਜੀਵ ਹੈ ਜਾਂ ਹੋਰ ਹੈ, ਉਹ ਤੁਹਾਨੂੰ ਇਸ ਕਰਕੇ ਸਹਾਈ ਹੁੰਦੇ ਆ ਕਿ ਜਦੋਂ ਤੁਸੀਂ
ਉਹਦੀ ਸਭਿਅਤਾ ਨੂੰ, ਉਹਦੀ ਜਿਹੜੀ ਹੈ ਉਹਦੇ ਸੱਭਿਆਚਾਰ ਨੂੰ ਸਮਝਣ ਦੇ ਵਿੱਚ ਤੁਹਾਡੀ ਜਿਹੜੀ ਹੈ ਇਹ ਬਹੁਤ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਤੁਹਾਡੇ ਲਈ ਇੱਕ ਤਰ੍ਹਾਂ ਦਾ ਇੱਕ ਸਹਾਇਕ ਦੇ ਰੂਪ ਦੇ ਵਿੱਚ ਜਾਂ ਇੱਕ ਪ੍ਰੇਰਕ ਦੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇਹ ਤੁਹਾਨੂੰ ਕੰਮ ਆਉਂਦੀਆਂ ਨੇ। ਜਿੱਦਾਂ ਹੁਣ ਆਪਣੇ ਇੱਥੇ ਯਾਕ ਇੱਕ ਪਸ਼ੂ ਹੈ। ਯਾਕ ਹੈ ਜਿਹੜਾ ਉਹ ਜ਼ਿਆਦਾ ਸਪੀਤੀ ਵੈਲੀ ਦੇ ਵਿੱਚ ਜਾਂ ਲੇਹ ਇੱਧਰ ਲਦਾਖ ਵੈਲੀ ਦੇ ਵਿੱਚ ਇੱਧਰ ਜ਼ਿਆਦਾ ਹੁੰਦਾ। ਉੱਥੇ ਬਾਹਰ ਖੁੱਲਾ ਫਿਰਦਾ, ਜਿਵੇਂ ਸਾਡੇ ਇੱਥੇ ਕਿਸੇ ਵੇਲੇ ਪਸ਼ੂ। ਖੈਰ ਹੁਣ ਤਾਂ ਅਸੀਂ ਸਾਰੇ ਪਾਲਤੂ ਬਣਾ ਰਹੇ ਨੇ ਜ਼ਿਆਦਾ, ਬਾਕੀ ਖਤਮ ਹੋ ਗਿਆ ਸਾਡਾ ਜੰਗਲੀ ਪੰਜਾਬ ਦੇ ਵਿੱਚ ਤਾਂ ਜਨਜੀਵਨ ਬਿਲਕੁਲ ਵੀ ਜਿਹੜਾ ਜੰਗਲੀ ਜੀਵਨ ਹੈ। ਤੇ ਉੱਥੇ ਡਾਰਾਂ ਦੀਆਂ ਡਾਰਾਂ ਜਿਹੜੀਆਂ ਯਾਕਾਂ ਦੀਆਂ ਫਿਰਦੀਆਂ ਨੇ। ਜਿਹੜਾ ਚਵਰ ਕਰਨ ਵਾਸਤੇ ਜਿਹੜਾ ਇੱਕ ਚੌਰ ਆਪਾਂ ਵਰਤਦੇ ਹਾਂ, ਚੌਰ ਜਿਹੜਾ ਉਹ ਯਾਕ ਦੇ ਜਿਹੜੇ ਵਾਲ ਹੈ ਉਹਨਾਂ ਦਾ ਬਣਦਾ, ਉਹਨਾਂ ਨੂੰ ਰਿਫਾਈਨ ਕਰਕੇ ਜਾਂ ਹੋਰ ਹੈ। ਤੇ ਜਾਂ ਇੱਕ ਆਈਬੈਕਸ ਇੱਕ ਪਸ਼ੂ ਹੈ ਜਿਹੜਾ ਜਿਹਨੂੰ ਅਸੀਂ ਜਿਹੜਾ ਭੇਡ ਦੀ ਨਸਲ ਦੇ ਵਿੱਚੋਂ ਨਾਲ ਮਿਲਦਾ ਜੁਲਦਾ ਜਾਂ ਹੋਰ ਹੈ। ਹੁਣ ਉਹ ਸਭ ਤੋਂ ਹਾਈ ਐਲਟੀਚਿਊਡ ਤੇ ਜਾਂਦਾ ਹੈ। ਉਹ ਹਾਈ ਐਲਟੀਚਿਊਡ ਤੇ ਜਿੱਥੇ ਬਰਫ਼ ਪੈਂਦੀ ਹੈ, ਹਾਈ ਐਲਟੀਚਿਊਡ ਦਾ ਮਤਲਬ ਜਿੱਥੇ ਟਰੀ ਲਾਈਨ ਖਤਮ ਹੋ ਜਾਂਦੀ ਹੈ, ਸਨੋ ਲਾਈਨ ਸ਼ੁਰੂ ਹੋ ਜਾਂਦੀ ਹੈ, ਤੇ ਜਿੱਥੇ ਆਕਸੀਜਨ ਵੀ ਬਹੁਤ ਘੱਟ ਹੁੰਦੀ ਆ, ਉਹ ਉੱਥੇ ਸਰਵਾਈਵ ਕਰਦਾ, ਉੱਥੇ ਉਹ ਬੂਟੀ ਚਰਦਾ ਜਾਂ ਹੋਰ ਹੈ। ਉੱਥੋਂ ਜਿਹੜਾ ਤੁਹਾਨੂੰ ਇੱਕ ਇੰਸਪੀਰੇਸ਼ਨ ਵੀ ਮਿਲਦੀ ਹੈ ਵੀ ਜੇ ਪਸ਼ੂ ਇੱਥੇ ਜਾ ਸਕਦੇ ਆ, ਇੱਥੇ ਪਹੁੰਚ ਸਕਦੇ ਆ, ਤਾਂ ਜਿਹੜਾ ਮਨੁੱਖ ਹੈ ਉਹ ਕਿਉਂ ਨਹੀਂ ਪਹੁੰਚ ਸਕਦਾ। ਮੈਂ ਸਮਝਦਾ ਕਿ ਜਿਹੜੇ ਪਹਿਲੇ ਕੋਈ ਪਰਬਤ ਆਰੋਹੀ ਹੋਣਗੇ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਜਾਂ ਚੜ੍ਹਨ ਦਾ ਪਹਾੜਾਂ ਤੇ ਸਟਾਈਲ ਵੀ ਉਹਨਾਂ ਨੂੰ ਦੇਖ ਕੇ ਸਿੱਖਿਆ ਹੋਏਗਾ, ਭਾਵੇਂ ਉਹ ਚਪਾਏ ਨੇ ਜਾਂ ਹੋਰ ਨੇ। ਸੋ ਇਹ ਸਾਰੀਆਂ ਗੱਲਾਂ ਮਨੁੱਖੀ ਸਭਿਅਤਾ ਦੇ ਨਾਲ ਜੁੜੀਆਂ ਹੋਈਆਂ ਜੀ। ਤੁਸੀਂ ਜਦੋਂ ਆਪਣਾ ਲਿਖਿਆ ਸਫ਼ਰਨਾਮਾ ਥੋੜੇ ਜਿਹੇ ਸਮੇਂ ਬਾਅਦ ਪੜ੍ਹਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੀ ਮੁਸਾਫਰੀ ਸਫ਼ਰਨਾਮੇ 'ਚ ਸਮਾ ਸਕਦੀ ਹੈ, ਜਾਂ ਅੱਖੀ ਡਿੱਠੇ ਹਾਲ ਦਾ ਹੰਢਾਏ ਅਨੁਭਵ ਦਾ ਕਿੰਨਾ ਹਿੱਸਾ ਅੰਦਾਜ਼ਨ ਜਿਹੜਾ ਸਫ਼ਰਨਾਮਾਕਾਰ ਹੈ ਉਹ ਸਫ਼ਰਨਾਮੇ ਦੇ ਵਿੱਚ ਕਹਿ ਸਕਦਾ ਹੈ ਜਾਂ ਕਿਹਾ ਜਾਂਦਾ ਹੈ? ਦੇਖੋ ਜੀ, ਉਹ ਨਿਰਭਰ ਕਰਦਾ ਹੈ ਵੀ ਲੇਖਕ ਦੀ ਉਹਦੇ ਵਿੱਚ ਜਿਹੜੀ ਗਰਜ਼ ਹੈ ਉਹ ਕੀ ਹੈ, ਲੇਖਕ ਪਾਠਕ ਨੂੰ ਕੀ ਦੱਸਣਾ ਚਾਹੁੰਦਾ ਹੈ। ਬਹੁਤੇ ਸਫ਼ਰਨਾਮੇ ਮੈਂ ਏਦਾਂ ਦੇਖਿਆ ਲੇਖਕ ਉਹਦੇ ਵਿੱਚ ਆਪਣੇ ਆਪ ਨੂੰ ਇੰਨਾ ਜਿਹੜਾ ਹੈ ਸੈਲਫ ਅਪਰੇਜ਼ਰ ਹੋ ਜਾਂਦਾ ਹੈ। ਉਹ ਆਪਣੀ ਉਹ ਕਰਦਾ ਰਹਿੰਦਾ, ਮੈਂ ਉੱਥੇ ਗਿਆ, ਮੈਂ ਕੀਤਾ, ਮੈਂ ਆ ਕੀਤਾ। ਉਹਦੇ ਚ ਲੋਕਾਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੁੰਦਾ ਕਿ ਤੁਸੀਂ ਕੀ ਕੀਤਾ। ਮੇਰਾ ਇਹ ਹੁੰਦਾ ਹੈ ਕਿ ਉਹ ਲੋਕਾਂ ਨੂੰ, ਪਾਠਕਾਂ ਨੂੰ ਘੱਟੋ ਘੱਟ ਇਹ ਲੱਗੇ ਵੀ ਉਹ ਜਗ੍ਹਾ ਕਿਹੋ ਜਿਹੀ, ਉੱਥੋਂ ਦੇ ਲੋਕ ਕਿਹੋ ਜਿਹੇ ਨੇ, ਤੇ ਉੱਥੇ ਕੀ ਕੀ ਦੁਸ਼ਵਾਰੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਹੋਰ ਹੈ। ਵੱਧ ਤੋਂ ਵੱਧ ਜਾਣਕਾਰੀ ਉੱਥੋਂ ਦੇ ਭੂਗੋਲਿਕ ਖਿੱਤੇ ਬਾਰੇ, ਉੱਥੋਂ ਦੇ ਸੱਭਿਆਚਾਰ ਬਾਰੇ, ਉੱਥੋਂ ਦੇ ਲੋਕਾਂ ਬਾਰੇ ਮੇਰੀ ਗਰਜ਼ ਕੁਛ ਏਦਾਂ ਦੀ ਜਿਹੜੀ ਹੈ ਹੁੰਦੀ ਹੈ। ਇੱਕ ਜਿਹੜੀ ਸਫ਼ਰਨਾਮਾ ਜੇ ਤੁਸੀਂ ਗਰੁੱਪ ਦੇ ਵਿੱਚ ਜਾਂਦੇ ਹੋ, ਇਹ ਇੱਕ ਰਿਹਾ ਮੇਰਾ ਕਿ ਹੁਣ ਤੱਕ ਮੈਂ ਇਕੱਲਿਆਂ ਨੇ ਕੋਈ ਸਫ਼ਰ ਨਹੀਂ ਕੀਤਾ। ਹਾਲਾਂਕਿ ਸਾਡੇ ਕਾਫੀ ਸਫ਼ਰਨਾਮੇ ਏਦਾਂ ਦੇ ਵੀ ਲਿਖੇ ਗਏ ਨੇ, ਜਿਵੇਂ ਮਨਮੋਹਨ ਬਾਵਾ ਨੇ, ਉਹ ਇਕੱਲੇ ਜਾਂਦੇ ਆ, ਉਹ ਮਾਊਂਟੇਨੀਅਰ ਉਹ ਵੀ ਨੇਗੇ, ਟਰੈਕਿੰਗ ਕਰਦੇ ਆ, ਤੇ ਉਹ ਕਈ ਵਾਰ ਇਕੱਲੇ ਜਾਂ ਇੱਕ ਏਦਾਂ ਹੋਰ ਕੋਈ ਸਾਥੀ ਦੇ ਨਾਲ ਜਾਂਦੇ ਆ। ਹੁਣ ਮੈਂ ਜਿੰਨੇ ਵਾਰ ਵੀ ਗਿਆ ਜਾਂ ਕਿਸੇ ਕੈਂਪ ਦੇ ਨਾਲ ਗਿਆ ਜਾਂ ਵੱਡੇ ਗਰੁੱਪ ਦੇ ਨਾਲ ਗਿਆ, ਉੱਥੇ ਜਿਹੜੀ ਇੱਕ ਨਵੀਂ ਚੀਜ਼ ਤੁਹਾਡੇ 'ਚ ਐਡ ਹੋ ਜਾਂਦੀ ਹੈ ਜਦੋਂ ਤੁਸੀਂ ਵੱਡੇ ਗਰੁੱਪ ਦੇ ਨਾਲ ਜਾਂਦੇ ਹੋ। ਜਿਹੜੇ ਤੁਹਾਡੇ ਸਾਥੀ ਨੇ ਤੁਹਾਡੇ ਸਫ਼ਰ ਦੇ, ਜਿਹਨੂੰ ਆਪਾਂ ਚਲੋ ਹਮਸਫ਼ਰ ਸ਼ਬਦ ਜਿਹੜਾ ਹੈ ਇੱਥੇ ਮੈਂ ਨਹੀਂ ਵਰਤਦਾ, ਕਿਉਂਕਿ ਉਹ ਸਾਡੇ ਉਹਦੇ ਮੁਤਾਬਕ ਸਾਡੇ ਉਹ ਹਮਸਫ਼ਰ ਅਸੀਂ ਆਮ ਤੌਰ ਤੇ ਵਰਤਦੇ ਹਾਂ ਜਿਹੜੀ ਅਰਧਾਂਗਣੀ ਵਾਸਤੇ ਜਾਂ ਜੀਵਨ ਸਾਥਣ ਵਾਸਤੇ, ਪਰ ਉਹ ਹੁੰਦੇ ਤਾਂ ਇੱਕ ਤਰੀਕੇ ਨਾਲ ਉਨੇ ਕੁ ਸਫ਼ਰ ਲਈ ਤਾਂ ਉਹ ਹਮਸਫ਼ਰ ਹੀ ਹੁੰਦੇ ਨੇ। ਉਹਨਾਂ ਦਾ ਸੁਭਾਅ ਕਿੱਦਾਂ ਦਾ, ਉਹਨਾਂ ਦੀ ਨੇਚਰ ਕਿੱਦਾਂ ਦੀ, ਉਹ ਕੀ ਖਾਣਾ ਪੀਣਾ ਪਸੰਦ ਕਰਦੇ ਆ, ਕਿ ਉਹ ਤੁਹਾਡੇ ਮੁਤਾਬਕ ਚੱਲਦੇ ਆ ਜਾਂ ਉਹ ਆਪਣੇ ਮੁਤਾਬਕ ਚੱਲਦੇ ਆ, ਤੁਸੀਂ ਉਹਨਾਂ ਦੇ ਮੁਤਾਬਕ ਚੱਲਦੇ ਹੋ। ਸੋ ਇੱਕ ਤਰ੍ਹਾਂ ਦੀ ਇਹਦੇ ਵਿੱਚ ਫਿਕਸ਼ਨ ਜਿਹੜੀ ਹੈ ਉਹ ਫਿਰ ਉਹ ਬਣ ਜਾਂਦੀ ਹੈ ਜਦੋਂ ਤੁਸੀਂ ਦੂਜੇ ਬੰਦਿਆਂ ਦੇ ਸੁਭਾਅ ਨੂੰ ਜਾਂ ਦੇਖਦੇ ਹੋ, ਜਾਂ ਉੱਥੇ ਤੁਹਾਨੂੰ ਕੀ ਚੀਜ਼ ਮਿਲ ਸਕਦੀ ਹੈ ਕੀ ਨਹੀਂ ਮਿਲ ਸਕਦੀ ਹੈ। ਕਿ ਜਿਹੜਾ ਸ਼ਹਿਰੀ ਵਾਤਾਵਰਨ ਦੇ ਵਿੱਚੋਂ ਗਏ ਨੇ, ਜਿੱਥੇ ਸਾਰੀ ਸਹੂਲਤ ਉਹਨਾਂ ਦੀ ਇੱਕ ਆਵਾਜ਼ ਮਾਰਨ ਤੇ ਮਾਂ ਪਿਓ, ਕਿਸੇ ਭੈਣ ਭਰਾ ਨੇ ਜਾਂ ਕਿਸੇ ਨੌਕਰ ਨੇ ਉਹਨਾਂ ਨੂੰ ਲਿਆ ਕੇ ਦੇ ਦੇਣੀ ਆ, ਉੱਥੇ ਖੁਦ ਕਰਨਾ ਪੈਂਦਾ। ਸੋ ਇਹ ਸਾਰੀਆਂ ਗੱਲਾਂ ਵੀ ਮੈਂ ਫਿਰ ਨਾਲ ਐਡ ਹੋ ਜਾਂਦੀਆਂ ਕੁਦਰਤੀ ਤੌਰ ਤੇ। ਠੀਕ ਹੈ, ਉਹ ਕਈ ਵਾਰੀ ਸਫ਼ਰਨਾਮੇ ਨੂੰ ਰੌਚਕ ਵੀ ਬਣਾਉਂਦੀਆਂ ਨੇ, ਕਈ ਵਾਰੀ ਸਫ਼ਰਨਾਮੇ ਨੂੰ ਜਿਹੜੀ ਸਫ਼ਰ ਜਾਂ ਉੱਥੋਂ ਦੇ ਤੁਹਾਡੀ ਉਹਦੀ ਅਸਲੀ ਜਿਹੜੀ ਉਹ ਹੈ ਉਸ ਤੋਂ ਲਾਂਭੇ ਵੀ ਲੈ ਜਾਂਦੀਆਂ ਨੇ। ਸੋ ਮੇਰੇ ਸਾਰੇ ਜਿੰਨੇ ਮੇਰੇ ਟਰੈਵਲੌਗ ਨੇ ਉਹਨਾਂ ਦੇ ਵਿੱਚ ਇਹ ਗੱਲ ਹੈ। ਤੇ ਸਿਰਫ ਜਿਹੜਾ ਮੇਰਾ ਇੱਕ ਟੋਟਲੀ ਜਿਹੜਾ ਟਰੈਕਿੰਗ ਦੇ ਉੱਪਰ, ਮੈਂ ਉਹਨੂੰ ਟਰੈਕਿੰਗ ਨਾਵਾਂ ਜ਼ਿਆਦਾ ਕਹਿਣਾ ਹੁੰਦਾ, ਚੱਲ ਜਿੰਦੂ ਆ, ਤੇ ਉੱਥੇ ਥੋੜਾ ਜਿਹਾ ਇੱਕ ਹੋਰ ਤਰ੍ਹਾਂ ਦਾ ਹੈ। ਉੱਥੇ ਜ਼ਿਆਦਾ ਜਿਹੜਾ ਹੈ ਉਹ ਟਰੈਕਿੰਗ ਮਾਊਂਟੇਨਰਿੰਗ ਵਾਲਾ ਜਿਹੜਾ ਪੱਖ ਹੈ ਉਹਨੂੰ ਜ਼ਿਆਦਾ ਉਹਦੇ ਚ ਰੱਖਿਆ ਗਿਆ ਜੀ। ਜਿਵੇਂ ਇਸ ਸਫ਼ਰਨਾਮੇ ਦੇ ਵਿੱਚ ਅਸੀਂ ਦੇਖਿਆ ਕਿ 19 ਜਾਣਿਆਂ ਦਾ ਕੰਟੀਜੈਂਟ ਹੈਗਾ, ਤੇ ਇਸ ਪੂਰੀ ਮੁਸਾਫਰ ਮੰਡਲੀ ਦਾ ਜਦੋਂ ਇੱਕ ਫੈਸਲਾ ਲਊ ਥਾਂ ਤੇ ਤੁਸੀਂ ਜਦੋਂ ਖੜਦੇ ਹੁੰਦੇ ਹੋ ਤਾਂ ਉਹ ਕਿੰਨਾ ਕੁ ਸਨਮਾਨਯੋਗ ਹੁੰਦਾ ਹੈ, ਸਨਮਾਨ ਭਰਿਆ ਹੁੰਦਾ ਹੈ, ਤੇ ਕਿੰਨਾ ਕੁ ਜੋਖਮ ਜਾਂ ਜ਼ਿੰਮੇਵਾਰੀ ਭਰਿਆ ਹੁੰਦਾ ਹੈ? ਦੇਖੋ, ਇਹਦੇ ਚ ਜਸ਼ਨ ਜੀ ਦੋ ਗੱਲਾਂ ਨੇ।
ਜਦੋਂ ਤੁਸੀਂ, ਕਿਉਂਕਿ ਜਿਹੜੇ ਆਪਾਂ ਤੁਸੀਂ ਜਿਹੜਾ ਮੇਰਾ ਤੁਸੀਂ ਟਰੈਵਲੌਗ ਪੜ੍ਹਿਆ, ਇਹਦੇ ਵਿੱਚ ਮੇਰੀ ਜ਼ਿੰਮੇਵਾਰੀ ਇਹ ਸੀ, ਕਿਉਂਕਿ ਮੈਂ ਪਹਿਲਾਂ ਇਹ ਏਰੀਆ ਸਾਰਾ ਇਲਾਕਾ ਦੇਖਿਆ ਵਾ ਸੀਗਾ, ਤੇ ਮੈਨੂੰ ਥੋੜਾ ਜਿਹਾ ਇਹਦੀ ਜੀਓਗ੍ਰਾਫੀ ਦਾ ਗਿਆਨ ਸੀ। ਦੂਜਾ, ਮੈਂ ਉਦੋਂ ਉਸ ਗਰੁੱਪ ਦਾ ਜਿਹੜਾ ਕਨਵੀਨਰ ਸੀਗਾ, ਤੇ ਚੇਅਰਮੈਨ ਸਾਡੇ ਕੋਈ ਹੋਰ ਸੀਗੇ। ਤੇ ਜਦੋਂ ਵੀ ਕੋਈ ਅੱਗੇ ਫੈਸਲਾ ਲੈਣਾ, ਜਾਣਾ ਜਾਂ ਨਹੀਂ ਜਾਣਾ, ਦੂਜੀ ਗੱਲ ਹੈ ਕਿ ਤੁਹਾਡੇ ਕੋਲੇ ਗੱਲ ਕਹਿਣ ਦੀ ਜਾਂ ਹੋਰ ਹੈ, ਜਦੋਂ ਤੁਹਾਡੇ ਕੋਲ ਇੱਕ ਅਥਾਰਟੀ ਹੁੰਦੀ ਹੈ ਜਾਂ ਹੋਰ ਹੈ, ਉਹ ਕੁਦਰਤੀ ਲੋਕ ਹੈ ਕਿ ਜਿਹੜੇ ਤੁਹਾਡੇ ਨਾਲ ਸਹਿਮਤ ਵੀ ਹੋ ਜਾਂਦੇ ਆ। ਕਈ ਵਾਰੀ ਦੇਖੋ, ਜਿਹੜਾ ਇੱਕ ਡਰ ਹੈ, ਇਹ ਵੀ ਇੱਕ ਮਨੁੱਖੀ ਪ੍ਰਵਿਰਤੀ ਹੈ। ਜਦੋਂ ਤੁਹਾਡਾ ਮੱਥਾ ਏਦਾਂ ਦੇ, ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਵਾਰ ਵਾਲੀ ਸਿਚੁਏਸ਼ਨ ਹੁੰਦੀ ਹੈ, ਜਿੱਦਾਂ ਦੀ ਸਾਨੂੰ ਸਾਹਮਣਾ ਕਰਨਾ ਪਿਆ, ਫਲੱਡ ਦਾ ਸਾਹਮਣਾ ਕਰਨਾ ਪਿਆ, ਉੱਥੇ ਤੁਹਾਡੇ ਅੰਦਰ ਦੇਖੋ ਸਭ ਤੋਂ ਵੱਡਾ ਡਰ ਜਿਹੜਾ ਹੁੰਦਾ, ਤੁਹਾਡੀ ਜ਼ਿੰਦਗੀ ਜਾਣ ਦਾ, ਜਾਨ ਗਵਾਉਣ ਦਾ ਜਿਹੜਾ ਡਰ ਹੈ, ਉਹ ਹਰੇਕ ਦੇ ਅੰਦਰ ਹੀ ਹੁੰਦਾ। ਭਾਵੇਂ ਕੋਈ ਦਲੇਰ ਤੋਂ ਦਲੇਰ ਉਹਦੇ ਅੰਦਰ ਵੀ ਹੁੰਦਾ, ਪਰ ਇਹ ਵੀ ਤੁਸੀਂ ਉਹਨੂੰ ਕਿੱਦਾਂ ਟਾਲ ਸਕਦੇ ਹੋ, ਉਸ ਡਰ ਦੇ ਉੱਪਰ ਤੁਸੀਂ ਕਿੱਦਾਂ ਕਾਬੂ ਪਾਉਣਾ। ਬਾਅਦ ਦੇ ਵਿੱਚ ਤੁਸੀਂ ਜਿਹੜੀਆਂ ਚੋਟੀਆਂ ਸਰ ਕਰਨੀਆਂ ਨੇ ਜਾਂ ਫਲੱਡ ਨੂੰ ਪਾਰ ਕਰਨਾ, ਉਹ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਤੁਹਾਨੂੰ ਆਪਣੇ ਡਰ ਦੇ ਉੱਪਰ ਕਾਬੂ ਪਾਉਣਾ ਪੈਂਦਾ, ਜਿਹੜੇ ਤੁਹਾਡੇ ਅੰਦਰ ਇੱਕ ਖੌਫ ਜਿਹੜਾ ਉਹਦੇ ਨਾਲ ਲਗਾਤਾਰ ਬਣਿਆ ਜਾ ਰਿਹਾ। ਹੁਣ ਖੌਫ ਦੀ ਵੀ ਜੇ 10 ਬੰਦੇ ਇਹ ਕਹਿੰਦੇ ਵੀ ਇਹ ਬਹੁਤ ਖਤਰਨਾਕ ਚੀਜ਼ ਹੈ, ਤੇ 2 ਕਹਿੰਦੇ ਵੀ ਨਹੀਂ ਖਤਰਨਾਕ, ਫਿਰ ਜਿਹੜੀ 10 ਦੀ ਗੱਲ ਕਈ ਵਾਰੀ ਹਾਵੀ ਹੋ ਜਾਂਦੀ ਹੈ। ਸੋ ਇਸ ਸਫ਼ਰ ਦੇ ਦੌਰਾਨ ਅਸੀਂ ਕੋਸ਼ਿਸ਼ ਕੀਤੀ, ਮੇਰੀ ਘੱਟੋ ਘੱਟ ਜ਼ਾਤੀ ਇੱਛਾ ਇਹ ਸੀ ਕਿ ਇਹਨੂੰ ਵਿੱਚ ਨਾ ਛੱਡਿਆ ਜਾਵੇ। ਜ਼ੋਖਮ ਕੋਈ ਥੋੜਾ ਮੋਟਾ ਆਉਂਦਾ, ਕੋਈ ਗੱਲ ਨਹੀਂ, ਉਹ ਅਸੀਂ ਜ਼ੋਖਮ ਝੱਲ ਵੀ ਸਕਦੇ ਹਾਂ ਸਾਰੇ। ਪਹਿਲੀ ਗੱਲ ਤਾਂ ਸਾਡੇ ਨਾਲ ਕੋਈ ਬੱਚੇ ਨਹੀਂ, ਕੋਈ ਫੀਮੇਲ ਨਹੀਂ, ਕੋਈ ਬਹੁਤੇ ਬਿਰਧ ਬਜ਼ੁਰਗ ਨਹੀਂ, ਜਿਨ੍ਹਾਂ ਕਰਕੇ ਸਾਡੇ ਤੇ ਕੋਈ ਵੱਡੀ ਲਾਇਬਿਲਿਟੀ ਹੋਵੇ। ਅਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ। ਇਸ ਕਰਕੇ ਇਹ ਗੱਲ ਸੀ। ਫਿਰ ਇਹ ਮੰਨੀ ਵੀ ਜਾਂਦੀ ਸੀ, ਜਦੋਂ ਦਲੀਲ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਸੀ ਤਾਂ ਲੋਕ ਗੱਲ ਮੰਨ ਵੀ ਲੈਂਦੇ ਸੀ। ਇਸੇ ਕਰਕੇ ਕਾਮਯਾਬ ਸਫ਼ਰ ਹੋ ਸਕਿਆ। ਜੀ, ਤੁਸੀਂ ਕਿਹਾ ਕਿ ਮੁਸਾਫਰ ਹੋਣਾ ਆਪਣੇ ਤੌਖਲਿਆਂ ਨੂੰ ਜਿੱਤ ਕੇ ਅੱਗੇ ਵਧਣਾ ਹੁੰਦਾ ਹੈ, ਤੇ ਜਦੋਂ ਮੰਜ਼ਿਲ ਮੁਕਾਮ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ। ਤੁਸੀਂ ਇਹਦੇ ਮੁਖਬੰਦ ਦੇ ਵਿੱਚ ਲਿਖਦੇ ਹੋ ਕਿ ਮੁਸਾਫਰ ਹੋਣ ਦਾ ਵਰਦਾਨ ਹਰ ਕਿਸੇ ਨੂੰ ਨਹੀਂ ਮਿਲਦਾ। ਪਰ ਅੱਜ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਕਮਿਊਨਿਟੀ, ਸਾਡਾ ਸਮਾਜ ਇੱਕ ਫਿਕਸੇਸ਼ਨ ਦੇ ਵਿੱਚ ਜਾਂ ਇੱਕ ਟਿਕਾ ਦੀ ਭਾਲ ਦੇ ਵਿੱਚ ਹੈਗਾ। ਉਹ ਸਾਡੀ ਭਾਸ਼ਾ ਦੇ ਵਿੱਚ ਵੀ ਦਿਸਦਾ ਹੈ ਤੇ ਉਹ ਸਾਡੀ ਪ੍ਰੈਕਟਿਸ ਦੇ ਵਿੱਚ ਵੀ ਦਿਖਦਾ ਹੈ। ਭਾਸ਼ਾ ਸਾਡੀ ਆਖਦੀ ਹੈ ਕਿ ਸੈਟਲ ਹੋ ਜਾਓ, ਭਾਸ਼ਾ ਸਾਡੀ ਕਹਿੰਦੀ ਹੈ ਕਿ ਪੱਕਾ ਹੋ ਗਿਆ ਬਾਹਰ ਜਾ ਕੇ ਬੰਦਾ, ਹਨਾ, ਜਾਂ ਨੌਕਰੀ ਕੱਚੀ ਹੈ ਕਿ ਪੱਕੀ। ਤੇ ਪ੍ਰੈਕਟਿਸ ਦੇ ਪੱਧਰ ਤੇ ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ ਬਾਹਰ ਰਹਿੰਦੇ ਨੇ, ਉਹ ਦੱਸਦੇ ਨੇ ਕਿ ਜਿਹੜੀਆਂ ਅਦਰ ਕਮਿਊਨਿਟੀਜ਼ ਨੇ, ਉਹ ਸਾਰੀ ਉਮਰ ਰਿਹਾਇਸ਼ਾਂ ਬਦਲਦੀਆਂ ਰਹਿੰਦੀਆਂ ਨੇ, ਯਾਨੀ ਮੂਵ ਹੁੰਦੀਆਂ ਰਹਿੰਦੀਆਂ ਨੇ। ਪਰ ਜਿਹੜੀ ਸਾਡਾ ਸਮੁਦਾਇ ਹੈਗਾ, ਉਹ ਇਸ ਚੀਜ਼ ਦੀ ਲੋੜ ਮਹਿਸੂਸ ਕਰਦਾ ਹੈ ਵੀ ਇੱਕ ਟਿਕਾਊ, ਪੱਕਾ, ਸਥਿਰ ਜਿਹੜਾ ਟਿਕਾਣਾ ਹੋਵੇ, ਘਰ ਹੋਵੇ। ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੈਗੇ ਹੋ ਕਿ ਮੁਸਾਫਰ ਹੋਣ ਦੇ ਵਰਦਾਨ ਨੂੰ ਸਾਡਾ ਸਮਾਜ ਹੈ ਜਿਹੜਾ, ਉਹ ਕਿਸ ਤਰ੍ਹਾਂ ਲੈਂਦਾ, ਲੈ ਵੀ ਸਕਿਆ ਜਾਂ ਨਹੀਂ? ਦੇਖੋ ਜਸ਼ਨ ਜੀ, ਗੱਲ ਇਹਦੇ ਚ ਇਹ ਹੈ ਕਿ ਪੱਕਾ ਕੁਝ ਵੀ ਨਹੀਂ ਹੈ ਇਸ ਦੁਨੀਆ 'ਚ। ਸਾਡੇ ਜਿੰਨੇ ਵੀ ਤੁਸੀਂ ਗ੍ਰੰਥ ਦੇਖ ਲਓ, ਕਿਸੇ ਧਰਮ ਨਾਲ ਸੰਬੰਧ ਦੇਖ ਲਓ, ਖਾਸ ਕਰਕੇ ਮੈਂ, ਕਿਉਂਕਿ ਧਰਮ ਅਧਿਐਨ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਆਪਣੇ ਸੱਭਿਆਚਾਰ ਦੇ ਨਾਲ, ਕਿਉਂਕਿ ਸਾਡੇ ਸੱਭਿਆਚਾਰ ਨਾਲ, ਖਾਸ ਕਰਕੇ ਸਾਡੇ ਜਿਹੜੇ ਗ੍ਰੰਥ ਨੇ, ਸਾਡੇ ਪੁਰਾਣਿਕ ਗ੍ਰੰਥ ਨੇ, ਜਾਂ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਜਾਂ ਜਨਮ ਸਾਖੀਆਂ ਨੇ, ਉਹ ਤਾਂ ਸਿੱਧੇ ਤੌਰ ਤੇ ਜੁੜੀਆਂ ਹੋਈਆਂ। ਤੇ ਬਾਬਾ ਨਾਨਕ ਤਾਂ ਕਹਿੰਦਾ ਵੀ ਜਿਹੜਾ ਆਦਮੀ ਹੈ ਉਹ ਇੱਕ ਦਮੀ ਹੈ, ਤੇ ਪੱਕਾ ਇੱਥੇ ਕੁਝ ਵੀ ਨਹੀਂਗਾ। ਇਹ ਜਿਹੜੀ ਇੱਕ ਮਨੁੱਖ ਦੇ ਅੰਦਰ ਜਿਹੜੀ ਇੱਕ ਰੀਝ ਹੈ ਜਾਂ ਇੱਕ ਆਕਾਂਖਿਆ ਹੈ, ਉਹ ਜਿਹੜੀ ਸੁੱਖ ਦੀ ਆਕਾਂਖਿਆ, ਜਿਹਦੇ ਵਿੱਚੋਂ ਪੱਕੇ ਹੋਣ ਦੀ ਗੱਲ ਜਿਹੜੀ ਹੈ ਉਹ ਨਿਕਲੀ ਹੈ। ਤੇ ਕਿਉਂਕਿ ਅਸੀਂ ਤਾਂ ਕਬੀਲਿਆਂ ਦੇ ਵਿੱਚੋਂ ਆਏ ਹੋਏ ਹਾਂ, ਅਸੀਂ ਕਿਤੇ ਪੱਕੇ ਹੈ ਹੀ ਨਹੀਂ ਸੀ। ਅਸੀਂ ਜਿੱਥੇ ਪਾਣੀ ਲੱਭਦਾ ਸੀ ਉੱਥੇ ਜਾ ਕੇ ਆਪਦਾ ਤੰਬੂ ਗੱਡ ਲੈਂਦੇ ਸੀ। ਅਸੀਂ ਤਾਂ ਉਹ ਲੋਕ ਹਾਂ, ਭੇਡਾਂ ਬੱਕਰੀਆਂ ਚਾਰਦੇ ਸੀ, ਪਸ਼ੂ ਪਾਲਦੇ ਸੀ। ਬਾਅਦ ਚ ਜਦੋਂ ਅਸੀਂ ਸੈਟਲਰ ਹੋਏ, ਜਦੋਂ ਖੇਤੀ ਕਰਨ ਲੱਗੇ, ਫਿਰ ਵੀ ਅਸੀਂ ਕਿਤੇ ਪੱਕੇ ਨਹੀਂ ਰਹੇ। ਹੁਣ ਅੱਜ ਵੀ ਜਿਹੜਾ ਸਾਡਾ ਇਸ ਤਰ੍ਹਾਂ ਦਾ ਪ੍ਰਵਾਸ ਹੈ, ਜਿਵੇਂ ਤੁਹਾਡੀ ਆਹ ਗੱਲ ਹੈ ਕਿ ਸਾਡੀ ਲੈਂਗੁਏਜ ਦੇ ਵਿੱਚ, ਭਾਸ਼ਾ ਦੇ ਵਿੱਚ ਉਹ ਸ਼ਬਦ ਆ ਗਏ ਆ ਵੀ ਉਹ ਕੱਚਾ ਕਿ ਪੱਕਾ, ਨੌਕਰੀ ਪੱਕੀ ਹੈ। ਜੇ ਬਾਹਰ ਚਲਾ ਗਿਆ, PR ਹੋ ਗਿਆ, ਤਾਂ ਕਹਿੰਦੇ ਵੀ ਉਹ ਪੱਕਾ ਹੋ ਗਿਆ ਉੱਥੇ ਹੈ। ਤੇ ਪੱਕਾ ਤਾਂ ਵੈਸੇ ਇੱਥੇ ਕੁਝ ਵੀ ਨਹੀਂ ਹੈਗਾ। ਤੇ ਮੈਂ ਇਹ ਸਮਝਦਾ ਕਿ ਜਿਹੜਾ ਸਫ਼ਰ ਹੈ, ਮਤਲਬ ਕਿ ਮੁਸਾਫਰ ਹੋਣ ਦਾ, ਜਿੱਦਾਂ ਮੈਂ ਲਿਖਿਆ ਕਿ ਮੁਸਾਫਰ ਹੋਣ ਦਾ ਜਿਹੜਾ ਵਰਦਾਨ ਹੈ, ਇਹ ਕਿਸੇ ਕਿਸੇ ਨੂੰ ਮਿਲਦਾ ਹੈ। ਬਾਕੀ ਇਹ ਗੱਲ ਹੈਗੀ ਹੈ, ਕਿਉਂਕਿ ਜੇ ਮੈਂ ਹੁਣ ਆਪਣੇ ਪਿੰਡ ਤੋਂ ਮੈਂ ਇੱਕ ਜ਼ਿੰਦਗੀ ਸ਼ੁਰੂ ਕੀਤੀ, ਮੇਰਾ ਛੋਟਾ ਜਿਹਾ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ। ਮੇਰੇ ਸਹਿਪਾਠੀ ਮੇਰੇ ਨਾਲ ਜਿਹੜੇ ਹੋਏ, ਕਈ ਇਹੋ ਜਿਹੇ ਲੋਕ ਸੀ ਜਿਹੜੇ ਮਾਨਸਾ ਜ਼ਿਲ੍ਹੇ ਤੋਂ ਕਿਤੇ ਬਾਹਰ ਨਹੀਂ ਗਏ। ਜਦੋਂ ਤੁਸੀਂ ਦੂਸਰੀ ਦੁਨੀਆ ਦੇ ਨਾਲ ਜਿੰਨਾ ਚਿਰ ਵਾਸਤਾ ਨਹੀਂ ਹੁੰਦੇ, ਦੂਸਰੀ ਦੁਨੀਆ ਨੂੰ ਦੇਖਦੇ ਨਹੀਂ, ਉਹਨਾਂ ਦੇ ਜੀਵਨ ਨੂੰ ਨਹੀਂ ਦੇਖਦੇ ਜਾਂ ਹੋਰ ਹੈ, ਉਹ
ਤੁਹਾਨੂੰ ਆਪਣਾ ਤੁਸੀਂ ਆਪਣੇ ਆਪ ਦਾ ਵਿਕਾਸ ਨਹੀਂ ਕਰ ਸਕਦੇ। ਵਿਕਾਸ ਮੈਂ ਇਹਨਾਂ ਅਰਥਾਂ ਦੇ ਵਿੱਚ ਨਹੀਂ ਲੈਂਦਾ ਕਿ ਤੁਸੀਂ ਪੈਸੇ ਵੱਧ ਕਮਾ ਲਏ, ਤੁਸੀਂ ਕੋਠੀ ਸੋਹਣੀ ਪਾ ਲਈ ਜਾਂ ਹੋਰ ਹੈ। ਇੱਕ ਵਿਕਾਸ ਮਨੁੱਖ ਨੂੰ ਆਪਣੀ ਜਿਹੜਾ ਉਹਦਾ ਮਾਨਸਿਕ ਵਿਕਾਸ ਹੈ, ਸਰੀਰਕ ਵਿਕਾਸ ਹੈ, ਉਹਨੂੰ ਇੱਕ ਆਪਣੇ ਅੰਦਰ ਉਹਨੂੰ ਤਸੱਲੀ ਦਿੰਦਾ ਹੈ। ਉਹ ਜਿਹੜਾ ਤਸੱਲੀ ਦੇਣ ਵਾਲਾ ਮੈਂ ਸਮਝਦਾ ਗੱਲ ਹੈ, ਉਹ ਮੈਨੂੰ ਹੁਣ ਪੂਰੀ ਤਸੱਲੀ ਹੈ ਹੁਣ ਇਸ ਉਮਰ ਤੇ ਆ ਕੇ, ਨੌਕਰੀ ਕਰਕੇ, ਘੁੰਮ ਫਿਰ ਕੇ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜਿੰਨਾ ਇੱਕ ਮਨੁੱਖ ਨੂੰ ਮਿਲਣਾ ਚਾਹੀਦਾ ਉਹ ਤੁਹਾਨੂੰ ਮਿਲ ਗਿਆ, ਜਿਹਦੇ 'ਚ ਇਹ ਜਿਹੜਾ ਹੈ ਮੁਸਾਫਰੀ ਦਾ ਜਾਂ ਸਫ਼ਰ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਇਹ ਹੁੰਦਾ ਸਾਰਿਆਂ ਦੇ ਵਿੱਚ ਹੀ ਹੈ, ਸਾਰੇ ਲੋਕ ਹੀ ਚਾਹੁੰਦੇ ਹੁੰਦੇ ਆ। ਤੇ ਉਹਨਾਂ ਨੂੰ ਮੌਕੇ ਕਦੋਂ ਮਿਲਦੇ ਆ, ਜਾਂ ਕੀ ਉਹਨਾਂ ਮੌਕਿਆਂ ਨੂੰ ਉਹਨਾਂ ਦੀ ਆਰਥਿਕ ਹਾਲਤ ਰੋਕਦੀ ਹੈ, ਉਹਨਾਂ ਮੌਕਿਆਂ ਨੂੰ ਉਹਨਾਂ ਦੇ ਅੰਦਰਲਾ ਡਰ ਰੋਕਦਾ ਹੈ, ਉਹਨਾਂ ਮੌਕਿਆਂ ਨੂੰ ਉਹਨਾਂ ਦੀ ਜਿਹੜੀ ਇੱਕ ਮਾਨਸਿਕ ਤੌਰ ਤੇ ਕਿਤੇ ਟਿਕੇ ਰਹਿਣ ਦੀ ਜਿਹੜੀ ਗੱਲ ਹੈ ਵੀ ਚਲੋ ਆਰਾਮ ਕਰਦੇ ਆ, ਜਿਹੜੀ ਆਰਾਮ ਪ੍ਰਸਤੀ ਦੀ ਗੱਲ ਹੈ, ਤੇ ਆਪਣੀ ਤਕਲੀਫ ਦੇਣਾ ਹੀ ਨਾ ਸਰੀਰ ਨੂੰ, ਤੇ ਉਹ ਰੋਕਦੀ ਹੈ। ਇਹਨਾਂ ਸਾਰੀਆਂ ਗੱਲਾਂ ਤੇ ਜਿਹੜਾ ਹੈ ਨਿਰਭਰ ਕਰਦਾ ਹੈ। ਵੈਸੇ ਚਾਹੁੰਦਾ ਹਰ ਇੱਕ ਮਨੁੱਖ ਹੈ ਕਿ ਮੈਂ ਘੁੰਮਾਂ ਫਿਰਾਂ, ਤੇ ਪਰ ਉਹ ਕਿਸ ਤਰ੍ਹਾਂ ਘੁੰਮਣਾ ਫਿਰਨਾ ਚਾਹੁੰਦਾ ਹੈ ਉਹ ਉਹਦੀ ਮਾਨਸਿਕਤਾ ਤੇ ਨਿਰਭਰ ਕਰਦਾ ਹੈ, ਉਹਦੇ ਸੁਭਾਅ ਤੇ ਜਿਹੜਾ ਹੈ ਉਹ ਨਿਰਭਰ ਕਰਦਾ ਜੀ। ਇਹਦੇ ਨਾਲ ਹੀ ਅਸੀਂ ਅਗਲੀ ਗੱਲ ਜੋੜ ਲੈਂਦੇ ਹਾਂ, ਕਿਉਂਕਿ ਤੁਸੀਂ ਇਹ ਜਿਹੜਾ ਸਫ਼ਰਨਾਮਾ ਹੈ ਉਹਦਾ ਸਮਰਪਣ ਲਿਖਿਆ ਆਪਣੇ ਪਿੰਡ ਮੌਜੀਆਂ ਨੂੰ। ਤੇ ਤੁਸੀਂ ਬੜਾ ਸਮਾਂ ਇੱਥੇ ਟਰਾਈ ਸਿਟੀ ਦੇ ਵਿੱਚ ਆਪਣੇ ਕੰਮਕਾਜੀ ਪਤੇ ਦਾ ਵੀ ਜ਼ਿਕਰ ਕਰ ਸਕਦੇ ਸੀ। ਈਵਨ ਜਦੋਂ ਤੁਸੀਂ ਇਹ ਸਮਰਪਣ ਕਰਦੇ ਹੋ ਤੇ ਜੋ ਸੁੱਖ ਛੱਜੂ ਦੇ ਚਬਾਰੇ ਉਹ ਨਾ ਬਲਖ ਨਾ ਬੁਖਾਰੇ ਦੀ ਜਿਹੜੀ ਕਹਾਵਤ ਆ ਉਹ ਦ੍ਰਿੜ ਕਰਾਉਂਦੇ ਦਿਸਦੇ ਹੋ। ਤਾਂ ਮਨੁੱਖ ਜਦੋਂ ਆਸੇ-ਪਾਸੇ ਦੀ ਹੋਰ ਦੁਨੀਆ ਵੇਖ ਕੇ ਆਉਂਦਾ ਤੇ ਫਿਰ ਉਹ ਆਪਦੀਆਂ ਜੜ੍ਹਾਂ ਨੂੰ ਕਿਸ ਤਰ੍ਹਾਂ ਮਤਲਬ ਟੇਕ ਉਹ ਉੱਥੇ ਜਾ ਕੇ ਹੀ ਲੈਂਦਾ, ਤੇ ਇਹਦੀ ਕੋਈ ਖਾਸ ਵਜ੍ਹਾ ਸੀ ਜਾਂ ਇੱਕ ਅਚੇਤ ਚੋਣ ਹੈ? ਨਹੀਂ, ਇਹ ਜਿਹੜੀ ਦੇਖੋ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਜਿਹੜਾ ਪਿੰਡ ਹੈ ਨਾ ਤੁਹਾਡਾ, ਉਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦਾ ਹੈ। ਤੇ ਮੈਂ ਜਦੋਂ ਕਿਤੇ ਵੀ ਜਾਣਾ, ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਬਚਪਨ ਦੇ ਵਿੱਚ ਜਦੋਂ ਤੋਂ ਮੇਰੀ ਸੁਰਤ ਸੰਭਲੀ, ਤੇ ਜਾਂ ਮੈਂ ਆਪਣੀ ਮਾਂ ਦੀ ਗੋਦੀ 'ਚ ਉੱਠ ਕੇ ਜਦੋਂ ਰੁੜਦਾ ਬਾਹਰ ਆਪਣੇ ਦਰਵਾਜ਼ੇ ਤੋਂ ਡਿਊਟੀ ਤੋਂ ਬਾਹਰ ਨਿਕਲਿਆ, ਬੀਹੀ ਦੇ ਵਿੱਚ ਨਿਕਲਿਆ, ਜਾਂ ਉਦੋਂ ਬਾਅਦ ਮੈਂ ਆਪਣੇ ਪਿੰਡ ਦੇ ਟਿੱਬੇ ਕੱਛੇ, ਆਪਣੇ ਪਿੰਡ ਦੇ ਖੇਤਾਂ 'ਚ ਵੜਿਆ, ਆਪਣੇ ਪਿੰਡ ਦੀ ਨਹਿਰ ਵਿੱਚ, ਕੱਸੇ ਸੂਏ 'ਚ ਉੱਥੇ ਨਹਾਉਣ ਲਈ ਵੜਿਆ, ਛੱਪੜ ਦੇ ਵਿੱਚ ਨਹਾਉਣ ਲਈ ਵੜਿਆ। ਮੇਰਾ ਜਿਹੜਾ ਸਭ ਤੋਂ ਪਹਿਲਾ ਸਫ਼ਰ ਉਹੀ ਸੀ ਮੈਂ ਸਮਝਦਾ, ਜਾਂ ਮੇਰੀ ਸਭ ਤੋਂ ਪਹਿਲੀ ਐਡਵੈਂਚਰ ਉਹੀ ਸੀ। ਤੇ ਇਸੇ ਕਰਕੇ ਮੈਨੂੰ ਆਪਣਾ ਪਿੰਡ ਅੱਜ ਵੀ, ਭਾਵੇਂ ਪਿੰਡ ਛੋਟਾ ਹੈ, ਉਹਦਾ ਬਹੁਤਾ ਵਿਕਾਸ ਵੀ ਨਹੀਂ, ਅਜੇ ਵੀ ਮੈਨੂੰ ਸਭ ਤੋਂ ਵੱਧ ਖੂਬਸੂਰਤ ਜਿਹੜਾ ਹੈ ਆਪਣਾ ਪਿੰਡ ਅਜੇ ਵੀ ਲੱਗਦਾ ਹੈ। ਆਲੇ ਦੁਆਲੇ ਨਿਆਈਆਂ 'ਚ ਲਹਿਰਾਉਂਦੀਆਂ ਫਸਲਾਂ, ਇੱਕ ਪਾਸੇ ਲੱਗੇ ਗੁਹਾਰੇ, ਤੇ ਇੱਕ ਪਾਸੇ ਛੱਟੀਆਂ ਦੇ ਲੱਗੇ ਸ਼ੌਰ, ਤੂੜੀ ਦੇ ਕੁੱਪ। ਤੇ ਜਿਹੜਾ ਇਹ ਸੀਨ ਹੈ ਮੈਨੂੰ ਵੀ ਅੱਜ ਵੀ ਕਿਸੇ ਪਹਾੜੀ ਸੀਨ ਤੋਂ ਜਾਂ ਹੋਰ ਹੈ ਕਿਤੋਂ ਘੱਟ ਨਹੀਂ ਮੈਨੂੰ ਜਾਪਦਾ। ਹਾਲਾਂਕਿ ਹੁਣ ਰੁੱਖ ਘੱਟ ਗਏ ਆ, ਅੱਗੇ ਪਹਿਲਾਂ ਬਣਾਂ ਦੇ ਰੁੱਖ ਹੁੰਦੇ ਸੀ, ਜਾਂ ਬੇਰੀਆਂ ਹੁੰਦੀਆਂ ਸੀ, ਜਾਂ ਹੋਰ ਹੈ। ਇਹ ਸਾਰਾ ਕੁਝ ਇਹ ਕਿਸੇ ਅਚੇਤ, ਜਾਂ ਮੈਂ ਚੇਤਨ ਤੌਰ ਤੇ ਜਿਹੜੀ ਲਿਖਣ ਦੀ ਗੱਲ ਨਹੀਂ ਕਰਦਾ, ਪਰ ਮੈਨੂੰ ਅਜੇ ਵੀ ਆਪਣਾ ਪਿੰਡ ਸਭ ਤੋਂ ਵੱਧ ਪਿਆਰਾ ਲੱਗਦਾ। ਮੈਂ ਅਜੇ ਵੀ ਚਾਹੁੰਦਾ ਹੁੰਦਾ, ਮੈਂ ਆਪਣੇ ਪਿੰਡ ਬਾਰੇ ਮੈਂ ਕਦੇ ਪੋਇਟਰੀ ਲਿਖਦਾ ਸੀ, ਜਦੋਂ ਕਾਲਜ 'ਚ ਪੜ੍ਹਦਾ ਸੀ, 2-3 ਕਵਿਤਾਵਾਂ ਵੀ ਲਿਖੀਆਂ। ਤੇ ਹੁਣ ਵੀ ਮੈਨੂੰ ਇਹ ਲੱਗਦਾ ਕਿ ਮੈਨੂੰ ਜਿਹੜਾ ਹੈ ਆਪਣੇ ਪਿੰਡ ਬਾਰੇ ਜ਼ਰੂਰ ਕੁਝ ਲਿਖਣਾ ਚਾਹੀਦਾ, ਕਿ ਉਹਦਾ ਜਿਹੜਾ ਕਰਜ਼ਾ ਜਿਹੜਾ ਮਨੁੱਖ ਜਿਹੜਾ ਕਦੇ ਨਹੀਂ ਮੋੜ ਸਕਦਾ। ਤੇ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੈਂ ਦੁਹਰਾਉਣਾ ਕਿ ਸਿਵਿਆਂ ਤੱਕ ਜਿਹੜਾ ਹੈ ਪਿੰਡ ਹੈ, ਜਾਂ ਕਬਰਾਂ ਤੱਕ ਤੁਹਾਡੇ ਜਿਹੜਾ ਹੈ ਨਾਲ, ਤੁਸੀਂ ਜਿੱਥੇ ਵੀ ਜਾਂਦੇ ਹੋ ਪਿੰਡ ਨੂੰ ਨਾਲ ਲੈ ਕੇ ਤੁਹਾਡੇ ਨਾਲ ਰਹਿੰਦਾ, ਤੇ ਉੱਥੋਂ ਤੱਕ ਤੁਹਾਡੇ ਨਾਲ ਜਾਂਦਾ। ਜੀ। ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀਗੀ ਕਿ ਸਾਡੇ ਕੋਲ ਮੁਸਾਫਰੀ ਦੀ ਬੜੀ ਪੁਰਾਣੀ ਰਵਾਇਤ ਹੈ, ਸਾਡੇ ਕੋਲ ਉਦਾਸੀਆਂ ਦੀ ਪਰੰਪਰਾ ਹੈ। ਪਰ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੋਂ ਮੁੜਦੇ ਨੇ ਤੇ ਕਰਤਾਰਪੁਰ ਵਸਾਉਂਦੇ ਨੇ। ਇਸੇ ਤਰ੍ਹਾਂ ਸਾਡੇ ਪ੍ਰਵਾਸੀ, ਸਾਡੇ ਬਾਬੇ ਗਦਰ ਲਹਿਰ ਲੈ ਕੇ ਆਉਂਦੇ ਨੇ। ਸਾਡੇ ਕੋਲ ਪ੍ਰਵਾਸ ਦਾ ਵੀ ਇੱਕ ਇਤਿਹਾਸ ਹੈ। ਇਸ ਮੌਕੇ ਦੇ ਉੱਤੇ ਅਸੀਂ ਪ੍ਰਵਾਸ ਨੂੰ ਮੁਸਾਫਰੀ ਨਾਲ ਕਿੰਨਾ ਕੁ ਜੋੜ ਕੇ, ਕਿੰਨਾ ਕੁ ਨਿਖੇੜ ਕੇ, ਕਿੰਨਾ ਕੁ ਤੁਲਨਾ ਕੇ, ਕਿੰਨਾ ਕੁ ਸਮਾਨਾਂਤਰ ਰੱਖ ਕੇ ਵੇਖ ਸਕਦੇ ਹਾਂ। ਤੇ ਨਾਲ ਹੀ ਦੂਜੀ ਗੱਲ ਇਹ ਕਿ ਅਸੀਂ ਕਹਿੰਦੇ ਹਾਂ ਕਿ ਰੀਫਰੈਸ਼ ਹੋਣ ਦੇ ਲਈ ਜਾਂ ਆਊਟਿੰਗ ਦੇ ਲਈ ਜਿਹੜਾ ਹੈਗਾ ਮੁਸਾਫਰੀ ਵੀ ਕੀਤੀ ਜਾਂਦੀ ਹੈ। ਪਰ ਕੀ ਜਿਹੜਾ ਮੁਸਾਫਰ ਹੈ ਜਦੋਂ ਸਫ਼ਰ ਤੋਂ ਪਰਤਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜਾਂ ਗਦਰੀ ਬਾਬੇ ਵਾਪਸ ਆਏ ਨੇ ਪ੍ਰਵਾਸ ਤੋਂ ਬਾਅਦ, ਕੁਛ ਸਮਾਂ ਕਿਤੇ ਮੁਕਾਮ ਕਰਕੇ ਵਾਪਸ ਪਰਤੇ ਨੇ, ਤਾਂ ਉਹ ਆਪਣੇ ਪਹਿਲਾਂ ਨਾਲੋਂ, ਆਪਣੇ ਪਹਿਲਾਂ ਦੇ ਰੂਪ ਨਾਲੋਂ, ਸਮਝ ਨਾਲੋਂ ਕਿੰਨਾ ਕੁ ਨਵਾਂ ਹੁੰਦਾ, ਕਿੰਨਾ ਕੁ ਬਦਲਿਆ ਹੁੰਦਾ, ਜਾਂ ਵਾਕਈ ਤਾਜ਼ਾ ਦਮ ਹੁੰਦਾ? ਦੇਖੋ ਜਸ਼ਨ ਜੀ, ਜਿੱਥੋਂ ਤੱਕ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ,
ਕਿਉਂਕਿ ਉਹਨਾਂ ਦੀ ਬਾਣੀ ਤੋਂ ਜੋ ਸਾਡੇ ਸਾਹਮਣੇ ਸਾਰਾ ਕੁਝ ਠੀਕ ਹੈ। ਜਨਮ ਸਾਖੀਆਂ, ਇਤਿਹਾਸ ਇੱਕ ਗੱਲ ਹੋਰ ਹੁੰਦੀ ਹੈ, ਬਹੁਤੀਆਂ ਮਿੱਥਾਂ ਵੀ ਹੁੰਦੀਆਂ। ਅਸੀਂ ਜਿਹੜਾ ਸਾਡੇ ਕੋਲ ਅਸਲੀ ਸੋਰਸ ਹੈ ਉਹਨਾਂ ਦੀਆਂ ਲਿਖਤਾਂ ਨੇ ਜਾਂ ਉਹਨਾਂ ਦੀ ਬਾਣੀ ਹੈ, ਉੱਥੋਂ ਸਾਨੂੰ ਸਾਫ਼ ਨਜ਼ਰ ਆਉਂਦਾ, ਕਿਉਂਕਿ ਉਹਨਾਂ ਕੋਲ ਇੱਕ ਵਿਚਾਰਧਾਰਾ ਸੀ, ਇੱਕ ਨਵੀਂ ਵਿਚਾਰਧਾਰਾ ਜਿਹੜੀ ਸੀ ਉਸ ਵੇਲੇ ਦੇ ਦੱਬੇ ਕੁਚਲੇ ਸਮਾਜ ਨੂੰ ਉਹ ਦੇਣ ਲਈ ਜਿਹੜੇ ਚੱਲੇ ਹੋਏ ਸੀ। ਠੀਕ ਆ, ਉਹਨਾਂ ਦਾ ਜਿਹੜਾ ਮੰਤਵ ਜਾਂ ਮਕਸਦ ਇਕੱਲਾ ਸਫ਼ਰ ਨਹੀਂ ਸੀ, ਤੇ ਉਹਨਾਂ ਦੇ ਅੱਗੇ ਜਿਹੜਾ ਹੈ ਇੱਕ ਵੱਡੇ ਜਿਹੜੇ ਮਕਸਦ ਜਾਂ ਮੰਤਵ ਸੀਗੇ। ਤੇ ਦੂਜੀ ਤੁਸੀਂ ਗੱਲ ਜਿਹੜੀ ਗਦਰੀ ਬਾਬਿਆਂ ਦੀ ਕੀਤੀ, ਉਹਨਾਂ ਅੱਗੇ ਵੀ ਜਿਹੜਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਗੱਲ ਆ ਉਹ ਵੱਡੀ ਸੀ। ਜਾਂ ਹਾਲਾਂਕਿ ਭਾਵੇਂ ਜਦੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ, ਜਦੋਂ ਉਹਨਾਂ ਨੇ ਉੱਥੇ ਗਦਰ ਪਾਰਟੀ ਬਣਾਈ, ਉੱਥੇ ਗੱਲ ਉਭਰੀ ਕਿ ਇੱਥੇ ਬਾਹਰ ਬੈਠ ਕੇ ਆਪਾਂ ਆਜ਼ਾਦ ਨਹੀਂ ਕਰਾ ਸਕਦੇ, ਜੇ ਆਜ਼ਾਦ ਕਰਾਉਣਾ ਤਾਂ ਸਾਨੂੰ ਵਾਪਸ ਦੇਸ਼ ਦੇ ਵਿੱਚ ਜਾਣਾ ਪਏਗਾ, ਉੱਥੇ ਸਾਨੂੰ ਬਗਾਵਤ ਕਰਨੀ ਪਏਗੀ, ਛਾਉਣੀਆਂ ਦੇ ਵਿੱਚ ਫੌਜੀਆਂ ਨੂੰ ਨਾਲ ਲੈਣਾ ਪਏਗਾ। ਹੋਰ ਇਹ ਗੱਲ ਵੀ ਇੱਕ ਵਿਚਾਰਧਾਰਾ ਦੇ ਤੌਰ ਤੇ ਜਿਹੜੀ ਹੈ ਉਹ ਨਿਕਲੀ। ਤੇ ਪਰ ਜਦੋਂ ਅਸੀਂ ਸਧਾਰਨ ਸਫ਼ਰ ਕਰਦੇ ਹਾਂ, ਠੀਕ ਹੈ, ਜਿੱਦਾਂ ਅਸੀਂ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਤਾਂ ਜੁੜੇ ਹੁੰਦੇ ਹਾਂ, ਭਾਵੇਂ ਕੋਈ ਵੀ ਹੈ। ਤੇ ਪਰ ਜਿੱਦਾਂ ਗ੍ਰਾਮਸ਼ੀ ਕਹਿੰਦਾ ਵੀ ਮਨੁੱਖ ਦੀ ਇੱਕ ਆਪਣੀ ਵਿਚਾਰਧਾਰਾ ਵੀ ਉਹਦੇ ਅੰਦਰੋਂ ਆਉਂਦੀ ਹੈ, ਜਿਹੜੀਆਂ ਜਾਂ ਤਾਂ ਕਿਸੇ ਦੂਜੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੀ ਹੈ, ਜਾਂ ਦੂਜੀ ਵਿਚਾਰਧਾਰਾ ਨੂੰ ਪ੍ਰਭਾਵਿਤ ਕਰਦੀ ਹੈ, ਜਾਂ ਉਹਨੂੰ ਨਵੇਂ ਅਰਥ ਜਿਹੜੀ ਹੈ ਉਹ ਦਿੰਦੀ ਹੈ। ਸੋ ਮੈਂ ਸਮਝਦਾ ਕਿ ਜਦੋਂ ਅਸੀਂ ਸਫ਼ਰ ਕਰਦੇ ਹਾਂ, ਜਾਂ ਜਿੱਦਾਂ ਦੇਖੋ ਪ੍ਰਵਾਸ ਤੇ ਸਫ਼ਰ ਦਾ ਇੱਕ 9 ਮਾਸ ਦਾ ਰਿਸ਼ਤਾ ਹੈ। ਤੇ ਪ੍ਰਵਾਸ ਇਹ ਨਹੀਂ ਕਿ ਅਸੀਂ ਸਿਰਫ ਇਹ ਸਮਝਦੇ ਹਾਂ ਵੀ ਜਿਹੜੇ ਯੂਪੀ ਬਿਹਾਰ ਤੋਂ ਸਾਡੇ ਮਜ਼ਦੂਰ ਭਰਾ ਇੱਥੇ ਆ ਕੇ ਇਕੱਲੇ ਉਹੀ ਪ੍ਰਵਾਸ ਕਰਦੇ ਆ। ਪ੍ਰਵਾਸ ਜੇ ਕੋਈ ਬੰਦਾ, ਇੱਕ ਦਿਹਾੜੀਦਾਰ ਬੰਦਾ ਪਿੰਡ ਚੋਂ ਜਾ ਕੇ ਕਿਸੇ ਫੈਕਟਰੀ ਦੇ ਵਿੱਚ ਸ਼ਹਿਰ 'ਚ ਕੰਮ ਕਰਦਾ ਹੈ, ਤੇ ਉੱਥੇ ਉਹਨੂੰ ਮਜਬੂਰੀ ਬਸ ਉੱਥੇ ਝੁੱਗੀ ਪਾ ਕੇ ਰਹਿਣਾ ਪੈ ਰਿਹਾ, ਜਾਂ ਉੱਥੇ ਕੋਈ ਕੋਟਲਾ ਛੱਤਣਾ ਪੈ ਰਿਹਾ, ਆਪਦਾ ਪਿੰਡ ਦਾ ਸਾਰਾ ਕੁਝ ਛੱਡ ਕੇ। ਇਹ ਅੰਨੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦਾ ਨਾਵਲ ਆ, ਉਹ 'ਚੋਂ ਇਹ ਚੀਜ਼ ਦੇਖੀ ਜਾ ਸਕਦੀ ਹੈ। ਤੇ ਉਹ ਵੀ ਮੈਂ ਸਮਝਦਾ ਕਿ ਇੱਕ ਪ੍ਰਵਾਸ ਹੈ, ਭਾਵੇਂ ਕੋਈ 7 ਸਮੁੰਦਰੋਂ ਬਾਹਰ ਜਾਂਦਾ, ਭਾਵੇਂ ਯੂਪੀ ਬਿਹਾਰ ਦੇ ਵਿੱਚੋਂ ਪੰਜਾਬ ਆਉਂਦਾ, ਭਾਵੇਂ ਪੰਜਾਬ ਚੋਂ ਕਲਕੱਤੇ ਜਾਂਦੇ ਆ ਸਾਡੇ ਲੋਕ ਉੱਥੇ ਟਰੱਕ ਚਲਾਉਣ ਵਾਸਤੇ ਜਾਂ ਹੋਰ ਹੈ, ਤੇ ਭਾਵੇਂ ਬਾਹਰਲੇ ਮੁਲਕਾਂ 'ਚ ਜਾਂਦੇ ਆ। ਤੇ ਉਹਦੇ ਪਿੱਛੇ ਠੀਕ ਆ ਸਫ਼ਰ ਉਹਦੇ ਨਾਲ ਗੱਲ ਜੁੜੀ ਹੁੰਦੀ ਹੈ ਜਿਵੇਂ ਆਪਾਂ ਚਾਹੁੰਦੇ ਹਾਂ। ਪਰ ਜਦੋਂ ਅਸੀਂ ਕਿਸੇ ਸਿਰਫ ਇਹ ਸਮਝ ਕੇ ਕਿ ਅਸੀਂ ਕਿਤੇ ਘੁੰਮ ਫਿਰ ਕੇ ਆਉਣਾ ਹੈ ਤੇ ਅਸੀਂ ਉਸ ਇਲਾਕੇ ਨੂੰ ਦੇਖਣਾ ਜਾਂ ਹੋਰ ਹੈ, ਉਹਦਾ ਜਿਹੜਾ ਥੋੜਾ ਜਿਹਾ ਜਿਹੜਾ ਹੈ ਇਸ ਦੇ ਵਿੱਚ ਮੈਂ ਸਮਝਦਾ ਕਿ ਇੱਕ ਅੰਤਰ ਹੈ। ਜੀ, ਤੁਸੀਂ ਗੱਲ ਕੀਤੀ ਕਿ ਜਦੋਂ ਮਨੁੱਖ ਸਫ਼ਰ ਨਹੀਂ ਵੀ ਕਰ ਰਿਹਾ ਹੁੰਦਾ ਸਰੀਰਕ ਤੌਰ ਤੇ, ਉਦੋਂ ਵੀ ਉਹ ਜ਼ਹਿਨੀ ਤੌਰ ਤੇ ਸਫ਼ਰ ਦੇ ਵਿੱਚ ਹੁੰਦਾ ਹੈ। ਜਾਂ ਆਪਾਂ ਕਹੀਏ ਕਿ ਬਹੁਤ ਸਾਰੇ ਲੋਕ ਤਾਂ ਸਮਾਧੀ ਨੂੰ ਵੀ ਅੰਤਰੀਵੀ ਸਫ਼ਰ ਆਖਦੇ ਨੇ। ਤਾਂ ਸਫ਼ਰ ਦੀਆਂ ਕੁਛ ਜਿਹੜੀਆਂ ਮਤਲਬ ਵਰਗੀਕਰਨ ਕੁਛ ਇਸ ਤਰ੍ਹਾਂ ਦਾ ਅਸੀਂ ਦੇਖ ਸਕਦੇ ਹਾਂ ਕਿ ਸਫ਼ਰ ਕਿਹੜੇ ਆਧਾਰਾਂ ਦੇ ਉੱਤੇ ਜਿਹੜੇ ਸਫ਼ਰ ਆ ਉਹ ਵਖਰਿਆਏ ਜਾ ਸਕਦੇ ਆ। ਦੇਖੋ ਇਹਦਾ ਜਿਹੜਾ ਜਿੱਥੋਂ ਤੱਕ ਆਪਾਂ ਵਰਗੀਕਰਨ ਦੀ ਗੱਲ ਹੈ, ਜੇ ਤਾਂ ਆਪਾਂ ਉਦਾਂ ਇਹਦਾ ਇੱਕ ਅਕੈਡੈਮਿਕ ਲਿਹਾਜ਼ ਨਾਲ ਵਰਗੀਕਰਨ ਕਰਨਾ ਚਾਹੀਏ, ਫਿਰ ਤਾਂ ਇਹ ਹੈ ਕਿ ਤੁਹਾਡਾ ਜਿਹੜਾ ਸਫ਼ਰ ਹੈ ਉਹਦੇ ਪਿੱਛੇ ਜਿਹੜਾ ਹੈ ਤੁਹਾਡਾ ਮੰਤਵ ਕੀ ਹੈ, ਇੱਕ ਇਹ ਵਰਗੀਕਰਨ ਹੋ ਸਕਦਾ ਹੈ। ਇੱਕ ਜਿਹੜਾ ਤੁਹਾਡਾ ਸਫ਼ਰ ਹੈ ਕਿੱਥੋਂ ਦਾ ਹੈ, ਕੀ ਉਹ ਤੁਸੀਂ ਵਿਦੇਸ਼ ਜਾ ਰਹੇ ਹੋ ਉੱਥੋਂ ਦਾ ਸਫ਼ਰ ਹੈ, ਜਾਂ ਤੁਸੀਂ ਆਪਣੇ ਦੇਸ਼ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਜਾ ਰਹੇ ਹੋ ਉੱਥੋਂ ਦਾ ਸਫ਼ਰ ਹੈ। ਅਗਲੀ ਗੱਲ ਇਹ ਹੈ ਕਿ ਉਹ ਸਫ਼ਰ ਤੁਸੀਂ ਕਿਸ ਪਰਪਸ ਜਿਹੜਾ ਉਹਦੇ ਪਿੱਛੇ ਹੋਰ ਕੀ, ਇਕੱਲਾ ਸੈਰ ਸਪਾਟਾ ਹੈ, ਇਕੱਲਾ ਟੂਰਿਜ਼ਮ ਹੈ, ਜਾਂ ਤੁਹਾਡਾ ਰੁਜ਼ਗਾਰ ਹੈ, ਤੇ ਜਾਂ ਜਿਹੜਾ ਸਾਡੇ ਇੰਡੀਆ ਦੇ ਵਿੱਚ ਜੇ ਮੈਂ ਕਹਾਂ ਕਿ ਸਫ਼ਰ ਦਾ ਜਿਹੜਾ ਸਭ ਤੋਂ ਵੱਡਾ ਜ਼ਰੀਆ ਹੈ, ਜਿਹਨੂੰ ਆਪਾਂ ਪਿਲਗ੍ਰਿਮੇਜ ਕਹਿੰਦੇ ਆ, ਜਿਹਨੂੰ ਆਪਾਂ ਧਾਰਮਿਕ ਯਾਤਰਾ ਕਹਿੰਦੇ ਆ। ਜਿੱਦਾਂ ਸ਼ਰਧਾਲੂ ਜਾਂਦੇ ਆ, ਕੋਈ ਅਮਰਨਾਥ ਦੀ ਯਾਤਰਾ ਤੇ ਜਾਂਦੇ ਆ, ਕੋਈ ਇੱਥੋਂ ਪੰਜਾ ਸਾਹਿਬ ਨਨਕਾਣਾ ਸਾਹਿਬ ਜਾਂਦੇ ਆ, ਕੋਈ ਹੱਜ ਦੀ ਯਾਤਰਾ ਤੇ ਜਾਂਦੇ ਆ। ਮੈਂ ਸਮਝਦਾ ਇੱਕ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਹਾਲਾਂਕਿ ਉਹਦੇ ਪਿੱਛੇ ਵੀ ਜਿਹੜੀ ਤੁਹਾਡੇ ਅੰਦਰ ਇੱਕ ਗੱਲ ਛੁਪੀ ਹੁੰਦੀ ਆ, ਉਹ ਇੱਕ ਇੰਜੋਏਮੈਂਟ ਜਿਹੜਾ ਤੁਸੀਂ ਸਫ਼ਰ ਤੋਂ ਕਰਨਾ ਹੁੰਦਾ, ਜਾਂ ਬਾਹਰਲੀਆਂ ਹੋਰ ਚੀਜ਼ਾਂ ਦੇਖ ਕੇ, ਬਾਹਰਲੇ ਭੂਗੋਲਿਕ ਦ੍ਰਿਸ਼ ਦੇਖ ਕੇ, ਉਹ ਉਹਦੇ 'ਚ ਵੀ ਸ਼ਾਮਲ ਹੈ। ਪਰ ਉਹਦੇ ਪਿੱਛੇ ਜਿਹੜਾ ਇੱਕ ਜ਼ਰੀਆ ਕਹਿ ਲਓ, ਇੱਕ ਬਹਾਨਾ ਕਹਿ ਲਓ, ਜਾਂ ਹੋਰ ਕਹਿ ਲਓ, ਉਹ ਇੱਕ ਧਾਰਮਿਕ ਜਿਹੜਾ ਹੈਗਾ ਸਫ਼ਰ ਹੈ। ਇੱਕ ਇਹ ਵੀ ਇੱਕ ਜਿਹੜਾ ਹੈ, ਏਦਾਂ ਵੀ ਇਹਦਾ ਜਿਹੜਾ ਵਰਗੀਕਰਨ ਕੀਤਾ ਜਾ ਸਕਦਾ। ਅਗਲੀ ਜਿਹੜੀ ਤੁਸੀਂ ਗੱਲ ਕਹੀ ਕਿ ਸ਼ੁਰੂ 'ਚ ਮੈਂ ਕਿਹਾ ਸੀ ਕਿ ਮਨੁੱਖ ਭਾਵੇਂ ਫਿਜ਼ੀਕਲੀ ਸਰੀਰਕ ਤੌਰ ਤੇ ਸਫ਼ਰ ਨਹੀਂ ਕਰ ਰਿਹਾ ਹੁੰਦਾ, ਉਹ ਮਾਨਸਿਕ ਤੌਰ ਤੇ ਤਾਂ ਸਫ਼ਰ 'ਚ ਰਹਿੰਦਾ। ਇਹ ਵੀ ਮੈਂ ਸਮਝਦਾ ਕਿ ਇੱਕ ਵੱਡੀ ਤੁਹਾਡੀ ਕਲਪਨਾ ਦੇ ਵਿੱਚ, ਜਦੋਂ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਸਫ਼ਰ ਕਰਦੇ ਹੋ, ਉਹਦਾ ਵੀ ਇੱਕ ਜਿਹੜਾ ਹੈ ਆਪਣਾ ਜਿਹੜਾ ਇੰਪੋਰਟੈਂਸ ਆ, ਆਪਣਾ ਮਹੱਤਵ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਸਫ਼ਰ ਦੇ ਵਿੱਚ ਕਿੰਨੇ ਜਾਣੇ ਭਾਗ ਲੈ ਰਹੇ ਆ, ਜਿਵੇਂ ਸੋਲੋ ਟਰੈਵਲਿੰਗ ਹੋ ਗਈ, ਜਾਂ ਤੁਸੀਂ ਜਥੇ ਦੇ ਵਿੱਚ ਜਾ ਰਹੇ ਹੋ, ਜਾਂ ਇੱਕ ਇਹ ਹੋ ਗਿਆ ਕਿ ਤੁਸੀਂ ਕਿਹੜੇ ਦਾਇਰੇ ਦੇ ਨਾਲ ਜਾ ਰਹੇ ਹੋ, ਤੁਸੀਂ ਇਹ ਪਰਿਵਾਰਕ ਮੁਸਾਫਰੀ ਹੈ ਜਾਂ ਕੰਮਕਾਜੀ, ਜਿਵੇਂ ਤੁਸੀਂ ਸਾਰੇ ਪੱਤਰਕਾਰ ਇਕੱਠੇ ਹੋ ਕੇ ਜਿਹੜਾ ਉਹ ਸਫ਼ਰ ਕਰਦੇ ਹੋ। ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਦੋਂ ਤੁਸੀਂ ਹੁਣ ਦੇਖੋ, ਅਸੀਂ ਪਰਿਵਾਰ ਦੇ ਨਾਲ ਜਾਂਦੇ ਹਾਂ ਘੁੰਮਣ ਫਿਰਨ, ਉਹਦੇ ਚੋਂ ਕਈ ਵਾਰੀ ਇਹ ਟਰੈਵਲੌਗ ਨਹੀਂ ਨਿਕਲਦੇ, ਏਦਾਂ ਦੇ ਸਫ਼ਰਨਾਮੇ ਨਹੀਂ ਨਿਕਲਦੇ।
ਤੇ ਜਦੋਂ ਤੁਸੀਂ ਇੱਕ ਪ੍ਰੋਫੈਸ਼ਨ ਵਾਲੇ ਬੰਦੇ ਜਾਂਦੇ ਹੋ ਜਾਂ ਹੋਰ ਉਹਨਾਂ ਅੱਗੇ ਹੋਰ ਵੀ ਕਈ ਗੱਲ ਹੁੰਦੀ ਹੈ। ਜਿੱਦਾਂ ਮੈਂ ਉਹਦੇ ਜ਼ਿਕਰ ਕੀਤਾ ਕਿ ਜਦੋਂ ਬਹੁਤ ਜ਼ਿਆਦਾ ਬਿਆਸ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਸੀ, ਸਾਡੇ ਕੁਝ ਨਾਲ ਫੋਟੋਗ੍ਰਾਫਰ ਸੀ, ਉਹਨਾਂ ਨੂੰ ਇਹ ਲਾਲਚ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਜਿਹੜੀਆਂ ਕੋਈ ਬੱਸ ਪੂਰੀ ਡੁੱਬੀ ਹੋਈ ਹੈ ਬਿਆਸ ਦਰਿਆ ਦੇ ਵਿੱਚ ਜਾਂ ਕੋਈ ਹੋਰ ਇਦਾਂ ਦੀਆਂ ਅਸੀਂ ਤਸਵੀਰਾਂ ਜਿਹੜੀਆਂ ਆਪਣੇ ਕੈਮਰੇ 'ਚ ਬੰਦ ਕਰ ਲਈਏ, ਅਸੀਂ ਛੇਤੀ ਇਹਨਾਂ ਨੂੰ ਭੇਜ ਵੀ ਦਈਏ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਇਹ ਸਾਰੀਆਂ ਗੱਲਾਂ ਵੀ ਇਹ ਕੁਦਰਤੀ ਤੌਰ ਤੇ ਇਹਦੇ ਵਿੱਚੋਂ ਸਫ਼ਰ ਦੇ ਵਿੱਚੋਂ ਨਿਕਲ ਆਉਂਦੀਆਂ ਨੇ। ਤੇ ਇਹ ਸਫ਼ਰ ਦੇ ਵਿੱਚੋਂ ਹੀ ਫਿਰ ਇਦਾਂ ਦਾ ਲਿਟਰੇਚਰ ਵੀ ਨਿਕਲ ਆਉਂਦਾ, ਜਿੱਦਾਂ ਮੈਂ ਸਫ਼ਰਨਾਮਾ ਲਿਖਿਆ ਜਾਂ ਹੋਰ ਪਹਿਲਾਂ ਵੀ ਲਿਖੇ ਜਾਂ ਕਈ ਦਿਮਾਗ ਦੇ ਵਿੱਚ ਨੇ ਕਿ ਅਜੇ ਹੋਰ ਜਿੱਥੇ ਜਿੱਥੇ ਗਏ ਹੋਏ ਆ ਉਹ ਵੀ ਲਿਖੇ ਜਾ ਸਕਦੇ। ਜੀ, ਸਫ਼ਰਨਾਮਿਆਂ ਤੋਂ ਬਗੈਰ ਹੋਰ ਕਿਹੜੇ-ਕਿਹੜੇ ਜਿਹੜੇ ਕਲਾ ਰੂਪ ਹੈ ਜਾਂ ਸਾਹਿਤ ਰੂਪ ਹੈ ਜਿਨ੍ਹਾਂ ਨੇ ਸਫ਼ਰਾਂ ਦੀ ਜਿਹੜੀ ਗੱਲ ਕੀਤੀ ਹੈ, ਜਿਵੇਂ ਆਪਾਂ ਗੀਤਕਾਰੀ, ਕਿਉਂਕਿ ਗੀਤਕਾਰੀ ਨਾਲ ਸਭ ਦਾ ਵਾਹ ਪੈਂਦਾ ਕਿਤਾਬਾਂ ਨਾਲੋਂ, ਤਾਂ ਉਹਦੇ ਵਿੱਚ ਇਹ ਹੈ ਕਿ ਸਰਤਾਜ ਨੇ ਬਹੁਤ ਵਾਰੀ ਇਸ਼ਾਰੇ ਕੀਤੇ ਆ ਸਫ਼ਰਾਂ ਤੇ ਆ, ਸੈਰਾਂ ਤੇ ਨਹੀਂ, ਪਰਾਂ ਤੇ ਆ, ਪੈਰਾਂ ਤੇ ਨਹੀਂ, ਜਿਵੇਂ ਅਸੀਂ ਹੁਣੇ ਇਮੈਜੀਨੇਸ਼ਨ ਦੀ ਗੱਲ ਕੀਤੀ, ਜਾਂ ਇਹ ਰਾਹ ਜਾਂਦੇ ਕਿਹੜੇ ਪਾਸੇ, ਸਦਾ ਸਫ਼ਰ ਵਿੱਚ ਚੱਲਦੇ ਰਹਿਣਾ, ਜਾਂ ਅਮਰਿੰਦਰ ਗਿੱਲ ਨੇ ਪਿੱਛੇ ਜੇ ਆਖਿਆ ਕਿ ਇਸ ਜਹਾਨੋਂ ਉਸ ਨਗਰ ਵੱਲ ਦੂਰ ਕਿਤੇ, ਜਾਂ ਗੁਰਸ਼ਬਦ ਦੀ ਆਵਾਜ਼ ਦੇ ਵਿੱਚ ਹਰਮਨ ਦਾ ਲਿਖਿਆ ਗੀਤ ਆਇਆ ਸੀ, ਉਹਦੇ ਵਿੱਚ ਇੱਕੋ ਹੀ ਸਤਰ ਸੀਗੀ ਕਿ ਪਹਿਲਾਂ ਸਾਰਾ ਘੁੰਮ ਕੇ ਪੰਜਾਬ ਦੇਖਾਂਗੇ। ਤਾਂ ਜਾਂ ਤੁਸੀਂ ਗੱਲ ਕੀਤੀ ਹੈਗੀ ਹੈ ਬਿਲਕੁਲ ਸ਼ੁਰੂ ਦੇ ਵਿੱਚ ਕਿ ਵਲੋਗਿੰਗ ਬਹੁਤ ਹੋਣ ਲੱਗ ਗਈ ਇੰਟਰਨੈਟ ਦੇ ਉੱਤੇ, ਤੁਸੀਂ ਨਾਲ ਦੀ ਨਾਲ ਜਿਹੜਾ ਆਪਦਾ ਸਫ਼ਰ ਰਿਕਾਰਡ ਕਰਕੇ ਪਾ ਸਕਦੇ ਹੋ। ਕਿ ਹੋਰ ਵੀ ਕੋਈ ਸਾਹਿਤ ਜਾਂ ਕਲਾ ਰੂਪ ਹੈਗੇ ਆ ਜਿਨ੍ਹਾਂ ਦੇ ਵਿੱਚ ਸਫ਼ਰ ਦੀ ਬਾਤ ਪਈ ਹੈ? ਦੇਖੋ, ਉਂਝ ਤਾਂ ਦੁਨੀਆ ਦੇ ਜਿਹੜੇ ਵੱਡੇ ਜਿਹੜੇ ਪੀਸ ਨੇ, ਭਾਵੇਂ ਉਹ ਨਾਟਕ ਹੈ, ਭਾਵੇਂ ਉਹ ਨਾਵਲ ਹੈ, ਭਾਵੇਂ ਪੋਇਟਰੀ ਹੈ, ਤੇ ਉਹਨਾਂ 'ਚ ਕਿਤੇ ਨਾ ਕਿਤੇ ਜਿਹੜਾ ਹੈ ਸਫ਼ਰ ਆਉਂਦਾ ਹੀ ਹੈ। ਕਿਉਂਕਿ ਚਲੋ ਸਾਡਾ ਇਹ ਉਦਾਂ ਸਬਜੈਕਟ ਨਹੀਂ, ਤੁਸੀਂ ਸ਼ੇਕਸਪੀਅਰ ਨੂੰ ਦੇਖ ਲਓ, ਤੁਸੀਂ ਜੰਗਾਂ ਯੁੱਧਾਂ ਦੇ ਉੱਪਰ ਜਿਹੜੇ ਲਿਖੇ ਗਏ ਵੱਡੇ ਜਿਹੜੇ ਨਾਵਲ ਨੇ, ਤੁਸੀਂ ਮਿਖਾਇਲ ਸ਼ੋਲੋਖੋਵ ਦਾ ਐਂਡ ਕੁਆਈਟ ਫਲੋਜ਼ ਦਾ ਡਾਊਨ ਜਿਹੜਾ ਬੜਾ ਵਰਲਡ ਫੇਮਸ ਪੀਸ ਹੈ, ਜਾਂ ਤੁਸੀਂ ਥਾਮਸ ਹਾਰਡੀ ਨੂੰ ਪੜ੍ਹ ਲਓ, ਜੇਨ ਆਸਟਨ ਨੂੰ ਪੜ੍ਹ ਲਓ, ਉਹਨਾਂ ਨੂੰ ਪੜ੍ਹ ਲਓ, ਸਾਡੇ ਲੇਖਕ ਨੇ ਤੁਸੀਂ ਉਹਨਾਂ ਨੂੰ ਪੜ੍ਹ ਲਓ। ਮੁਸਾਫਰੀ ਤਾਂ ਉਹਦਾ ਇੱਕ ਹਿੱਸਾ ਜਿਹੜਾ ਹੈ ਉਹ ਬਣੀ ਰਹਿੰਦੀ ਹੈ। ਸਾਡੇ ਤਾਂ ਫੋਕ ਦੇ ਈਡੀਅਮ ਦੇ ਵਿੱਚ ਮੁਸਾਫਰੀ ਦਾ ਉਹ ਤਾਂ ਜੱਗ ਨੂੰ ਮੁਸਾਫਰਖਾਨਾ ਕਹਿੰਦੇ ਆ, ਜਗਤ ਮੁਸਾਫਰਖਾਨਾ। ਤੇ ਇਸ ਕਰਕੇ ਮੈਂ ਸਮਝਦਾ ਕਿ ਕਿਵੇਂ ਨਾ ਕਿਵੇਂ ਭਾਵੇਂ ਸਿੱਧੇ ਢੰਗ ਨਾਲ ਭਾਵੇਂ ਅਸਿੱਧੇ ਢੰਗ ਨਾਲ ਜਿਹੜਾ ਸਫ਼ਰ ਹੈ ਜਾਂ ਮੁਸਾਫਰ ਹੋਣਾ ਜਾਂ ਮੁਸਾਫਰੀ ਕਰਨਾ, ਇਹ ਸਾਡੇ ਸਾਹਿਤ ਦਾ ਹਿੱਸਾ ਬਣਿਆ ਹੀ ਹੋਇਆ ਹਰ ਇੱਕ ਤਰੀਕੇ ਨਾਲ। ਜੀ, ਆਖਰੀ ਸਵਾਲ ਕਿ ਜਿਹੜਾ ਜੈਂਡਰ ਆ ਉਹ ਮੁਸਾਫਰੀ ਨੂੰ ਕਿੰਨਾ ਕੁ ਸੀਮਤ ਕਰਦਾ? ਇਹ ਗੱਲ ਸੀਮਤ ਸ਼ਬਦ ਮੈਂ ਜਾਣ ਕੇ ਤਾਂ ਵਰਤ ਰਹੀ ਹਾਂ ਕਿਉਂਕਿ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੀਆਂ ਔਰਤਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਲਈ ਆਉਣ ਜਾਣ ਦਾ ਅਰਥ ਹੁੰਦਾ ਹੈਗਾ ਮਰਨੇ ਪਰਨੇ ਤੇ ਜਾਣਾ, ਜਾਂ ਰਿਸ਼ਤੇਦਾਰੀਆਂ, ਪੇਕੇ ਸਹੁਰਿਆਂ ਵਿਚਕਾਰਲਾ ਜਿਹੜਾ ਸਫ਼ਰ ਹੈ। ਤੇ ਸਾਡੇ ਗੁਆਂਢੀ ਸੂਬੇ ਹਰਿਆਣੇ, ਗੁਆਂਢੀ ਤਾਂ ਕੀ ਸਾਡੇ ਆਪਣੇ ਹੀ ਸੂਬੇ ਦੇ ਵਿੱਚੋਂ ਇੱਕ ਸੋਲੋ ਟਰੈਵਲੌਗ ਜਿਹੜਾ ਲਿਖਤੀ ਰੂਪ ਦੇ ਵਿੱਚ ਆਉਂਦਾ, ਅਨੁਰਾਧਾ ਬੈਣੀਵਾਲ ਦਾ ਲਿਖਿਆ ਆਜ਼ਾਦੀ ਮੇਰਾ ਬ੍ਰਾਂਡ, ਤਾਂ ਕੀ ਇਹੋ ਜਿਹੇ ਮੌਕਿਆਂ ਦੇ ਉੱਤੇ ਅਸੀਂ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਇਸੇ ਸੀਮਾ ਦੇ ਵਿੱਚੋਂ ਵੇਖ ਸਕਦੇ ਹਾਂ? ਨਹੀਂ, ਬਿਲਕੁਲ। ਇਹਦਾ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਜਿਹੜੀ ਔਰਤ ਦੀ ਸਥਿਤੀ ਤਾਂ ਆਪਾਂ ਟੋਟਲ ਵਰਲਡ ਸਿਨੈਰੀਓ 'ਚ ਦੇਖਾਂਗੇ। ਤੇ ਕਿਉਂਕਿ ਜਿੱਥੇ ਇਹ ਹੈ ਕਿ ਜਿੱਥੇ ਜੈਂਡਰ ਦੀ ਜਿਹੜੀ ਗੱਲ ਹੈ ਜਾਂ ਆਪਾਂ ਕਹਿੰਦੇ ਹਾਂ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ, ਉਹ ਸੁਸਾਇਟੀ ਦੇ ਵਿੱਚ ਹਰ ਕਿਤੇ ਪਈ ਹੈ। ਹੁਣ ਸਾਡੇ ਜਿਹੜਾ ਸਫ਼ਰ ਦੇ ਜੇ ਆਪਾਂ ਗੱਲ ਕਰੀਏ, ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਾਂ ਤਾਂ ਮਰਨੇ ਦੇ ਉੱਤੇ, ਜਾਂ ਵਿਆਹ ਸ਼ਾਦੀਆਂ ਦੇ ਉੱਤੇ, ਜਾਂ ਕਿਤੇ ਮੇਲੇ ਮਸਾਵੇ ਦੇ ਉੱਪਰ, ਜਾਂ ਖਾਸ ਕਰਕੇ ਧਾਰਮਿਕ ਯਾਤਰਾ ਜਿੱਥੇ ਉੱਥੇ ਔਰਤਾਂ ਜਥਿਆਂ ਦੇ ਨਾਲ ਜਾਂ ਹੋਰ ਜਾ ਸਕਦੀਆਂ ਨੇ ਜਾਂ ਹੋਰ ਹੈ। ਤੇ ਪਰ ਉਹਨਾਂ ਨੂੰ ਇਸ ਕਿਸਮ ਦਾ ਜਿਹੜਾ ਮੌਕਾ ਹੈ, ਹੁਣ ਭਾਵੇਂ ਠੀਕ ਹੈ ਸਾਡੀਆਂ ਕੁੜੀਆਂ ਨੇ ਜਾਂ ਹੋਰ ਹੈ ਉਹ ਮਾਊਂਟੇਨੀਅਰ ਵੀ ਬਣੀਆਂ ਨੇ, ਉਹ ਟਰੈਕਿੰਗ ਤੇ ਵੀ ਜਾਂਦੀਆਂ ਨੇ, ਚਲੋ ਅਸੀਂ ਖੁਦ ਕੈਂਪ ਵਗੈਰਾ ਕੁੜੀਆਂ ਦੇ ਨਾਲ ਲਾਏ ਨੇ ਤੇ ਦੇਖਿਆ ਕਿ ਉਹਨਾਂ ਦੇ ਅੰਦਰ ਉਹਨਾਂ ਦੀ ਜਿਹੜੀ ਭਾਵਨਾ ਸਾਡੇ ਨਾਲ ਵੀ ਪ੍ਰਬਲ ਹੈ। ਜਿਹੜਾ ਮੈਂ ਕਹਾਂਗਾ, ਚਲੋ ਅਸੀਂ ਕਿਉਂਕਿ ਏਦਾਂ ਕਿਤੇ ਕੋਈ ਲਾਈਨ ਨਹੀਂ ਖਿੱਚ ਸਕਦੇ ਮੇਲ ਫੀਮੇਲ ਦੇ ਵਿੱਚ, ਜਾਂ ਏਦਾਂ ਜਿਹੜਾ ਜੈਂਡਰ ਤੁਸੀਂ ਇਹ ਮੈਸਕੂਲਿਨ ਜਾਂ ਫੈਮਿਨਿਨ ਏਦਾਂ ਰੱਖ ਕੇ ਕੋਈ ਲਿਟਰੇਚਰ ਦੇ ਵਿੱਚ ਕੋਈ ਜਿੱਦਾਂ ਉੱਦਾਂ ਜਿਹੜੇ ਕ੍ਰਿਟਿਕ ਜਿਹੜੇ ਹੈਗੇ ਉਹ ਰੱਖ ਲੈਂਦੇ ਆ, ਪਰ ਮੈਨੂੰ ਨਹੀਂ ਲੱਗਦੀ ਕੋਈ ਉਹਦੇ ਵਿੱਚ ਲਕੀਰ ਹੈਗੀ ਆ। ਤੇ ਉਹ ਕਈ ਵਾਰੀ ਸਾਡੇ ਨਾਲੋਂ ਵੱਧ ਸੰਵੇਦਨਸ਼ੀਲ ਤਰੀਕੇ ਨਾਲ ਉਹਨਾਂ ਗੱਲਾਂ ਨੂੰ ਜਿਹੜਾ ਹੈ ਉਹ ਮਹਿਸੂਸ ਕਰਦੀਆਂ ਨੇ ਜਿਹੜੀਆਂ ਕੁੜੀਆਂ ਨੇ, ਜਾਂ ਕਿੱਦਾਂ ਦੇ ਜਿਹੜੇ ਵਰਤਾਰੇ ਨੇ ਜਾਂ ਹੋਰ ਹੈ। ਜਿੱਦਾਂ ਮੈਂ ਛੋਟੀ ਜਿਹੀ ਇੱਕ ਮਿਸਾਲ ਜਾਂਦਾ ਦੇਣਾ ਕਿ ਅਸੀਂ ਇੱਕ ਕੈਂਪ ਲਾਇਆ, ਮੇਰੀ ਉਹਦੇ ਤੇ ਕਿਤਾਬ ਹੈ ਕੁੱਲੂ ਵਾਦੀ 'ਚ 10 ਦਿਨ, ਤੇ ਉਹ ਵੀ ਇੱਕ ਸਫ਼ਰਨਾਮਾ ਹੈਗਾ।
ਤੇ ਹੁਣ ਉਹਦੇ ਵਿੱਚ ਮੈਂ ਦੇਖਿਆ ਕਿ ਉਹ ਕੁੜੀਆਂ ਉਹਦੇ ਨਾਲ ਸੀਗੀਆਂ ਤੇ ਕੁੜੀਆਂ ਕਿੰਨੀ ਉੱਥੇ ਜਿਹੜੀ ਹੈਗੀ ਪ੍ਰਤੀਬੱਧਤਾ ਦੇ ਨਾਲ ਜਾਂ ਆਪਾਂ ਕਹਿ ਲਈਏ ਕਿ ਵਚਨਬੱਧਤਾ ਦੇ ਨਾਲ, ਕਮਿਟਮੈਂਟ ਦੇ ਨਾਲ ਉਹ ਕੰਮ ਕਰਦੀਆਂ ਸੀ। ਜਿਹੜੀ ਸੰਵੇਦਨਾ ਵਾਲੀ ਗੱਲ ਹੈ, ਮਨਾਲੀ ਤੋਂ ਥੋੜਾ ਜਿਹਾ ਅੱਗੇ ਜਿਹੜਾ ਮਨਾਲੀ, ਜਿਹਨੂੰ ਕੱਚੀ ਮਨਾਲੀ ਕਹਿੰਦੇ, ਪਿੰਡ ਦੇ ਨਾਲ ਹਡੰਬਾ ਟੈਂਪਲ ਹੈ, ਕਾਫੀ ਪੁਰਾਣਾ ਮੰਦਿਰ ਹੈ। ਉੱਥੇ ਭੇਡੂਆਂ ਦੀ ਬਲੀ ਚੜ੍ਹਦੀ ਹੈ, ਬੱਕਰਿਆਂ ਦੀ ਬਲੀ ਚੜ੍ਹਦੀ ਹੈ। ਜਿੱਦਣ ਉਹ ਹਰ ਜਿਹੜੀ ਹੈ ਸੈਟਰਡੇ, ਜਿਹਨੂੰ ਆਪਾਂ ਸ਼ਨੀਚਰਵਾਰ ਕਹਿੰਦੇ ਆ, ਅਸੀਂ ਤਾਂ ਸਾਡੀ ਭਾਸ਼ਾ ਦਾ ਉਹਨੂੰ ਵਾਰ ਹੀ ਕਹਿੰਦੇ ਆ, ਤੇ ਉਦਣ ਉਹ ਸਵੇਰੇ ਸਵੇਰੇ ਉੱਥੇ ਜਾ ਕੇ ਬਲੀ ਚੜਾਉਂਦੇ ਆ। ਇੱਕ ਦਿਨ ਸਾਨੂੰ ਇਹ ਅਸੀਂ ਕਿਹਾ ਵੀ ਕਿ ਕੱਲ ਨੂੰ ਨਾ ਉੱਥੇ ਬਲੀ ਚੜ੍ਹਨੀ ਹੈ, ਜੇ ਦੇਖਣਾ ਕਿਸੇ ਨੇ, ਉਹ ਦੇਖਣ ਵਾਲਾ ਹੁੰਦਾ, ਉੱਥੇ ਮੰਤਰਾਂ ਦਾ ਉਚਾਰਨ ਕਰਦੇ ਜਾਂ ਹੋਰ ਹੈ। ਕੋਈ ਵੀ ਕੁੜੀ ਜਾਣ ਕੇ ਦੇਖਣ ਲਈ ਤਿਆਰ ਨਹੀਂ ਹੋਈ ਕਿ ਨਹੀਂ ਵੀ ਅਸੀਂ ਉਹ ਦੇਖ ਹੀ ਨਹੀਂ ਸਕਦੇ। ਹੁਣ ਜਿਹੜੀ ਏਦਾਂ ਦੀ ਸੰਵੇਦਨਾ ਹੈ, ਕੋਈ ਪਸ਼ੂ ਮਰ ਰਿਹਾ, ਉਹਨੂੰ ਕੋਈ ਮਾਰ ਰਿਹਾ, ਭਾਵੇਂ ਧਾਰਮਿਕ ਅਕੀਦੇ ਨਾਲ ਮਾਰ ਰਿਹਾ, ਇੱਕ ਔਰਤ ਜਿਹੜੀ ਹੈ ਉਹਨੂੰ ਨਹੀਂ ਦੇਖ ਸਕਦੀ। ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਹੈ, ਕੁੜੀਆਂ ਨੂੰ ਭਾਵੇਂ ਮੌਕੇ ਘੱਟ ਮਿਲਦੇ ਨੇ, ਪਰ ਇਹ ਹੈ ਵੀ ਉਸ ਤੋਂ ਵੱਧ ਸ਼ਿੱਦਤ ਦੇ ਨਾਲ ਉਹ ਜਿਹੜਾ ਹੈ ਇਸ ਕੋਈ ਵੀ ਸਫ਼ਰ ਹੈ ਜਾਂ ਹੋਰ ਹੈ, ਉਹਨੂੰ ਉਹ ਵਧੀਆ ਢੰਗ ਨਾਲ ਮਾਣ ਸਕਦੇ ਨੇ। ਤੇ ਉਹਦੀ ਜੇ ਅੱਗੇ ਆ ਕੇ ਜੇ ਉਹਦਾ ਜ਼ਿਕਰ ਵੀ ਕਰਨਾ, ਜਿੱਦਾਂ ਤੁਸੀਂ ਹਰਿਆਣੇ ਦੀ ਜਿਹੜਾ ਹੈ ਉਹ ਕੁੜੀ ਦਾ ਜ਼ਿਕਰ ਕੀਤਾ, ਤੇ ਉਹ ਨਾ ਲਿਖ ਵੀ ਜੇ ਕੁੜੀ ਕਵਿਤਾ ਸਾਡੀ ਵਧੀਆ ਲਿਖ ਸਕਦੀ ਆ, ਅਮ੍ਰਿਤਾ ਪ੍ਰੀਤਮ ਇੰਨੀਆਂ ਅੱਛੀਆਂ ਕਵਿਤਾਵਾਂ ਲਿਖ ਸਕਦੀ ਆ, ਉਸ ਤੋਂ ਬਾਅਦ ਹੋਰ ਕਿੰਨੀਆਂ ਸਾਡੇ ਕੋਲੇ ਜਿਹੜੀਆਂ ਹੈਗੀਆਂ ਬੜੀਆਂ ਸੰਵੇਦਨਸ਼ੀਲ ਜਿਹੜੀਆਂ ਕਵਿਤਰੀਆਂ ਨੇ ਜਾਂ ਹੋਰ ਨੇ। ਤੇ ਮੈਂ ਸਮਝਦਾ ਕਿ ਇਦਾਂ ਦੇ ਸਫ਼ਰਨਾਮੇ ਵੀ ਜਾਂ ਹੋਰ ਹੈ, ਉਹਦੇ ਵੀ ਅਕਾਊਂਟਸ ਜਿਹੜੀਆਂ ਹੈਗੀਆਂ ਔਰਤਾਂ ਬਹੁਤ ਅੱਛੇ ਲਿਖ ਸਕਦੀਆਂ ਜੀ। ਤੁਸੀਂ ਸਫ਼ਰ ਕਰਦੇ ਹੋ, ਸਫ਼ਰਨਾਮਾ ਲਿਖਦੇ ਵੀ ਹੋ, ਪਰ ਸਾਨੂੰ ਇਹ ਜਾਣਨ ਦੀ ਇੱਛਾ ਜ਼ਰੂਰ ਹੋਊਗੀ ਕਿ ਤੁਸੀਂ ਪਸੰਦੀਦਾ ਸਫ਼ਰਨਾਮੇ ਤੇ ਪਸੰਦੀਦਾ ਸਫ਼ਰਨਾਮਾਕਾਰ ਦਾ ਨਾਂ ਜ਼ਰੂਰ ਇੱਥੇ ਲਓ। ਦੇਖੋ, ਏਦਾਂ ਹੁੰਦਾ ਕਿ ਕਈਆਂ 'ਚ ਕੋਈ ਗੱਲ ਚੰਗੀ ਹੁੰਦੀ ਹੈ, ਕਈਆਂ 'ਚ ਕੋਈ ਗੱਲ ਚੰਗੀ ਹੁੰਦੀ ਹੈ। ਮੈਂ ਜਿਹੜੇ ਪਹਿਲਾਂ ਜੇ ਮੈਂ ਪੜ੍ਹੇ, ਜੇ ਮੈਂ ਇਹਦੇ 'ਚ ਬਲਰਾਜ ਸਾਹਨੀ ਦਾ ਨਾਂ ਲਵਾਂ, ਜਿਨ੍ਹਾਂ ਨੇ ਮੇਰਾ ਰੂਸੀ ਸਫ਼ਰਨਾਮਾ, ਮੇਰਾ ਪਾਕਿਸਤਾਨੀ ਸਫ਼ਰਨਾਮਾ ਲਿਖਿਆ, ਮੈਂ ਸਮਝਦਾ ਕਿ ਉਹਦੇ ਵਿੱਚ ਜਿਹੜੀ ਇੱਕ ਫਿਕਸ਼ਨ ਦਾ ਜਿਹੜਾ ਇੱਕ ਤਰੀਕਾ ਹੈ ਕਿ ਤੁਸੀਂ ਉਹਨੂੰ ਕਿਵੇਂ ਪਰੋਇਆ ਜਾਵੇ ਸ਼ਬਦਾਂ ਦੇ ਵਿੱਚ, ਉਹ ਉਹਨਾਂ ਦਾ ਬਹੁਤ ਵਧੀਆ ਸੀ। ਜਾਂ ਹੁਣ ਮਨਮੋਹਨ ਬਾਵਾ ਹੋਰੀ ਲਿਖਦੇ ਆ, ਉਹ ਜਿਹੜਾ ਜ਼ਿਕਰ ਹੈ ਉਹਨਾਂ ਇਲਾਕਿਆਂ ਦਾ ਕਰਦੇ, ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕਰਦੇ ਆ। ਜਾਂ ਬਰਜਿੰਦਰ ਸਿੰਘ ਹੋਰਾਂ ਨੇ, ਜਦੋਂ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸੀ, ਉਦੋਂ ਉਹ ਗਏ ਅਮਰੀਕਾ, ਉਦੋਂ ਉਹਨਾਂ ਨੇ ਬਹੁਲਤਾਵਾਂ ਦੀ ਧਰਤੀ ਅਮਰੀਕਾ ਬਾਰੇ ਇੱਕ ਸਫ਼ਰਨਾਮਾ ਲਿਖਿਆ। ਉਹਨਾਂ ਦਾ ਜਿਹੜਾ ਇੱਕ ਆਪਣਾ ਇੱਕ ਪੱਤਰਕਾਰੀ ਵਾਲੇ ਸਟਾਈਲ ਦਾ ਜਿਹੜਾ ਸਫ਼ਰਨਾਮਾ ਸੀ। ਸੋ ਇੱਕ ਤੁਸੀਂ ਇਹਦੇ ਚੋਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਆਹ ਸਭ ਤੋਂ ਵੱਧ ਪਸੰਦ ਹੈ, ਕਿਉਂਕਿ ਅਲੱਗ-ਅਲੱਗ, ਜਦੋਂ ਜੇ ਹੁਣ ਲਿਟਰੇਚਰ ਦੇ ਪੀਸ ਦੇ ਤੌਰ ਤੇ ਆਪਾਂ ਲੈਣਾ ਹੋਵੇ, ਮੈਨੂੰ ਬਲਰਾਜ ਸਾਹਨੀ ਦੇ ਸਫ਼ਰਨਾਮੇ ਸਭ ਤੋਂ ਵਧੀਆ ਲੱਗਦੇ ਆ। ਤੇ ਜੇ ਇੱਕ ਘੁਮੱਕੜ ਬਿਰਤੀ ਤੋਂ ਲੈਣਾ ਹੋਵੇ ਤਾਂ ਮੈਨੂੰ ਮਨਮੋਹਨ ਬਾਵਾ ਸਭ ਤੋਂ ਵਧੀਆ ਲੱਗਦਾ। ਤੇ ਜੇ ਹੈ ਕਿ ਕਿਤੇ ਥਾਵਾਂ ਬਾਰੇ ਜਾਣਕਾਰੀ ਲੈਣੀ ਹੈ ਜਾਂ ਹੋਰ ਹੈ, ਉਹ ਇਸ ਕਰਕੇ ਉਹ ਫਿਰ ਮੈਨੂੰ ਬਰਜਿੰਦਰ ਸਿੰਘ, ਹਰਭਜਨ ਹਲਵਾਰ ਵੀ, ਇਹਨਾਂ ਲੋਕਾਂ ਦੇ ਜਿਹੜੇ ਸਫ਼ਰਨਾਮੇ ਆ ਉਹ ਜ਼ਿਆਦਾ ਵਧੀਆ ਲੱਗਦੇ। ਜੀ, ਤੁਸੀਂ ਹੁਣੇ ਘੁਮੱਕੜ ਸ਼ਬਦ ਵਰਤਿਆ। ਰਾਹੁਲ ਸ਼ੰਕਰ ਤਾਇਨ ਵੀ ਸੈਰ ਸਫ਼ਰ ਦੇ ਲਈ ਘੁਮੱਕੜੀ ਸ਼ਬਦ ਵਰਤਦੇ ਨੇ, ਤੇ ਉਹ ਇਸ ਤੋਂ ਅਗਾਂਹ ਲੈ ਕੇ ਘੁਮੱਕੜੀ ਨੂੰ ਧਰਮ ਦਾ ਦਰਜਾ ਦਿੰਦੇ ਨੇ। ਤੇ ਜੇ ਅਸੀਂ ਪੁੱਛਣਾ ਹੋਵੇ ਕਿ ਪ੍ਰੀਤਮ ਸਿੰਘ ਰੁਪਾਲ ਜੀ ਦੇ ਲਈ ਮੁਸਾਫਰੀ ਕੀ ਹੈ, ਤੇ ਤੁਸੀਂ ਕੀ ਆਖੋਗੇ? ਨਹੀਂ, ਦੇਖੋ, ਮੈਂ ਇੱਕ ਗੱਲ ਬੜੀ ਸਪਸ਼ਟ ਕਰਦਾ ਕਿ ਮੇਰਾ ਕੋਈ ਕਿਸੇ ਧਰਮ ਨਾਲ ਜਾਂ ਰੂਹਾਨੀਅਤ ਨਾਲ ਜਾਂ ਹੋਰ ਉਦਾਂ ਦਾ ਕੋਈ ਮੇਰਾ ਬਹੁਤਾ ਵਾਹ ਨਹੀਂ। ਮੇਰਾ ਵਾਹ ਲੋਕਾਂ ਨਾਲ ਹੈ। ਮੈਂ ਅਸਲ 'ਚ ਲੋਕਧਾਰਾ ਨਾਲ ਜੁੜਿਆ ਹੋਇਆ ਬੰਦਾ, ਤੇ ਮੇਰੇ ਲਈ ਲੋਕ ਸਭ ਤੋਂ ਉੱਪਰ ਨੇ, ਉੱਚੇ ਨੇ। ਮੈਂ ਬਾਹਰ ਵੀ ਜਦੋਂ ਕਿਤੇ ਜਾ ਕੇ ਦੇਖਦਾ, ਕਿਸੇ ਹੋਰ ਦੇਸ਼ ਦੇ ਵਿੱਚ ਭਾਵੇਂ ਜਾ ਕੇ ਦੇਖਾਂ, ਭਾਵੇਂ ਹੋਰ ਸੂਬੇ ਦੇ ਵਿੱਚ ਜਾ ਕੇ ਦੇਖਾਂ, ਭਾਵੇਂ ਹੋਰ ਕਿਸੇ ਖਿੱਤੇ ਦੇ ਵਿੱਚ ਜਾ ਕੇ ਦੇਖਦਾ, ਮੈਨੂੰ ਇਹ ਲੱਗਦਾ ਕਿ ਇੱਥੋਂ ਦੇ ਲੋਕ ਕੀ ਨੇ, ਲੋਕਾਂ ਦਾ ਸੱਭਿਆਚਾਰ ਕੀ ਹੈ, ਲੋਕਾਂ ਦੇ ਗੀਤ ਕਿਹੋ ਜਿਹੇ ਨੇ, ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ, ਇਹਦੇ 'ਚ ਮੈਂ ਸ਼ਾਮਲ ਨਹੀਂ ਕਰ ਸਕਿਆ। ਮੇਰਾ ਇੱਕ ਪਹਿਲਾਂ ਜਿਹੜਾ ਕੁੱਲੂਵਾਦੀ 'ਚ 10 ਦਿਨ ਮੇਰਾ ਸਫ਼ਰਨਾਮਾ ਸੀ, ਉਹ 'ਚ ਮੈਂ ਕੁਝ ਚੰਬੇ ਦੇ, ਕੁਝ ਕੁੱਲੂ ਦੇ ਜਿਹੜੇ ਉੱਥੀਆਂ ਦੀਆਂ ਜਿਹੜੀਆਂ ਨਾਟੀਆਂ ਨੇ, ਉਹਦੇ ਵੀ ਮੈਂ ਕੁਝ ਬੋਲ ਉਹਦੇ ਵਿੱਚ ਜਿਹੜੇ ਹੈ ਉਹ ਲਿਖੇ, ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੀ ਭਾਸ਼ਾ ਦੀ ਜਾਂ ਹੋਰ ਕਿਸ ਕਿਸਮ ਦੀ ਜਿਹੜੀ ਸਾਂਝ ਕਿਸੇ ਦੇ ਨਾਲ ਹੁੰਦੀ ਹੈ। ਸੋ ਮੇਰੇ ਲਈ ਜਿਹੜਾ ਹੈ ਉਹ ਕੋਈ ਧਾਰਮਿਕ ਅਕੀਦਾ ਜਾਂ ਕੋਈ ਇੱਦਾਂ ਦਾ ਜਾਂ ਇੱਦਾਂ ਨਹੀਂ ਹੈ ਇਸ ਨਜ਼ਰੀਏ ਤੋਂ। ਹਾਲਾਂਕਿ ਮੈਂ ਕਿਸੇ ਧਰਮ ਨੂੰ ਜਾਂ ਹੋਰ ਹੈ ਮੈਂ ਨਿੰਦਕ ਵੀ ਨਹੀਂ ਆ, ਤੇ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਧਰਮ ਜਾਂ ਹੋਰ ਸਾਰੀਆਂ ਚੀਜ਼ਾਂ ਇਹ ਤਾਂ ਨੇ ਦੂਜੇ ਵਰਤਾਰੇ, ਜਾਂ ਜੇ ਲੋਕ ਨੇ, ਤੇ ਲੋਕਾਂ ਦਾ ਇੱਕ ਆਪਣਾ ਸੱਭਿਆਚਾਰ, ਲੋਕਾਂ ਦਾ ਇੱਕ ਆਪਣਾ ਧਰਮ, ਲੋਕਾਂ ਦੇ ਇੱਕ ਆਪਣੇ ਅਕੀਦੇ, ਉਹ ਲੋਕ ਖੁਦ ਸਿਰਜਦੇ ਆ। ਭਾਵੇਂ ਉਹ ਕਿਤੇ ਮਾਤਾ ਰਾਣੀਆਂ ਤੇ ਮੱਥਾ ਟੇਕਦੇ ਆ, ਭਾਵੇਂ ਗੁੱਗਾ ਪੀਰ ਨੂੰ ਮੰਨਦੇ ਆ, ਭਾਵੇਂ ਦੂਜਿਆਂ ਨੂੰ ਮੰਨਦੇ ਆ, ਭਾਵੇਂ ਗੁਰਦੁਆਰੇ ਜਾਂਦੇ ਆ, ਮੰਦਿਰ ਜਾਂਦੇ ਆ, ਮਸੀਤਾਂ 'ਚ ਜਾਂਦੇ ਆ, ਤੇ ਉਹ ਇੱਕ ਆਪਣੇ ਅਕੀਦੇ ਦੇ ਨਾਲ ਜਾਂਦੇ ਆ। ਪਰ ਜਦੋਂ ਉਹ ਲੋਕ ਨੇ, ਜਦੋਂ ਉਹ ਕੋਈ ਹਿੰਦੂ ਸਿੱਖ ਮੁਸਲਮਾਨ ਨਹੀਂ ਹੈ, ਉਹ ਇੱਕ ਆਪਣੇ
ਤੇ ਉਦੋਂ ਮੈਂ ਸਮਝਦਾ ਜਿਹੜਾ ਉਹਨਾਂ ਦਾ ਉਹ ਧਰਮ ਹੈ, ਜਿਹੜਾ ਮੈਂ ਸਮਝਦਾ ਕਿ ਉਹ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਪਰਪੱਕ ਧਰਮ ਹੈ, ਤੇ ਮੇਰਾ ਵੀ ਜਿਹੜਾ ਹੈ ਉਸ ਕਿਸਮ ਦਾ ਹੀ ਅਕੀਦਾ ਜੀ। ਜੀ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਇੰਨੇ ਵਿਸਥਾਰ ਦੇ ਵਿੱਚ ਅਸੀਂ ਇਹ ਗੱਲ ਕਰ ਪਾਏ ਤੇ ਸਾਡੀ ਇਹ ਤਵੱਕੂ ਸੀ ਕਿ ਇਹ ਸਫ਼ਰਨਾਮੇ ਤੋਂ ਸਫ਼ਰ ਤੇ ਸਫ਼ਰ ਦੇ ਵੱਖ-ਵੱਖ ਪਸਾਰਾਂ ਤੱਕ ਇਹ ਗੱਲ ਜਾਵੇ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ। ਸ਼ੁਕਰੀਆ ਜੀ। ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਜਸ਼ਨ ਜੀ। ਸ਼ੁਕਰੀਆ ਦਰਸ਼ਕੋ, ਅਗਲੀ ਵਾਰ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਸੱਤੇ ਖੈਰਾਂ।